ਤੁਹਾਡੇ ਆਪੋ ਆਪਣੇ ਸ਼ਹਿਰ ਦੇ ਵਿੱਚ ਜੋ ਵੀ ਕੋਈ ਵਿਅਕਤੀ ਬਲੈਕਮੇਲਿੰਗ ਦਾ ਧੰਦਾ ਕਰਦਾ, ਜੋ ਵੀ ਮੀਡੀਆ ਦਾ ਨਾਮ ਵਰਤ ਕੇ ਤੁਹਾਡੇ ਕੋਲੇ ਆ ਕੇ ਕਹਿੰਦਾ ਹੈ ਕਿ ਇੰਨੇ ਪੈਸੇ ਦੇ ਨਹੀਂ ਮੈਂ ਤੇਰੀ ਖਬਰ ਚਲਾ ਦੂੰ, ਤਾਂ ਤੁਸੀਂ ਡਰੋ ਨਾ ਜੇ ਤੁਸੀਂ ਗਲਤ ਨਹੀਂ ਹੋ ਤਾਂ। ਤੁਹਾਡੇ ਢਾਬੇ ਦੇ ਉੱਤੇ, ਤੁਹਾਡੇ ਰੈਸਟੋਰੈਂਟ ਦੇ ਉੱਤੇ ਆ ਕੇ ਜੇ ਕੋਈ ਇਹ ਕਹਿ ਕੇ ਰੋਬ ਮਾਰੇ ਕਿ ਮੈਂ ਪੱਤਰਕਾਰ ਹਾਂ ਤੇ ਤੁਹਾਨੂੰ ਉਹ ਬਲੈਕਮੇਲ ਇਸ ਪੱਧਰ ਕਰੇ ਕਿ ਚਾਹੇ ਤੁਹਾਡੇ ਤੋਂ ਇਕੱਲੀ ਰੋਟੀ ਲੈ ਜੇ, ਤੁਹਾਨੂੰ ਫਰਕ ਨਹੀਂ ਪੈਂਦਾ ਹੋਊਗਾ, ਤੁਸੀਂ ਉਹਦੇ ਸਾਹਮਣੇ ਅੜੋ। ਜੇ ਪੋਲੀਟੀਸ਼ੀਅਨ ਮੂਹਰੇ ਅੜਨਾ, ਜੇ ਤੁਸੀਂ ਜੁਡੀਸ਼ਰੀ ਗਲਤ ਹੋ ਰਹੀ ਉਹਦੇ ਖਿਲਾਫ ਆਵਾਜ਼ ਉਠਾਉਣੀ ਹੈ, ਜੇ ਤੁਸੀਂ ਪੁਲਿਸ ਦੇ ਖਿਲਾਫ ਬੋਲਦੇ ਹੋ, ਤੇ ਫਿਰ ਤੁਸੀਂ, ਮੈਂ ਖੁਦ ਕਹਿ ਰਿਹਾ ਬੀਇੰਗ ਅ ਜਰਨਲਿਸਟ, ਕਿ ਤੁਸੀਂ ਐਸੀ ਪੱਤਰਕਾਰੀ ਦੇ ਖਿਲਾਫ ਵੀ ਬੋਲੋ। ਕਈ ਵਾਰੀ ਲੋਕ ਇਹ ਕਹਿ ਦੇਣਗੇ ਫਲਾਣੇ ਬੰਦੇ ਦੀ ਤੁਸੀਂ ਇੰਟਰਵਿਊ ਕਿਉਂ ਕੀਤੀ, ਤੁਸੀਂ ਤਾਂ ਵਿਕਾਊ ਹੋ। ਸਾਨੂੰ ਤਾਂ ਜੇ ਪ੍ਰਧਾਨ ਮੰਤਰੀ ਵੀ ਇੰਟਰਵਿਊ ਦੇਊਗਾ ਤਾਂ ਅਸੀਂ ਕਰਾਂਗੇ। ਸਵੇਰੇ ਲਾਰੈਂਸ ਬਿਸ਼ਨੋਈ ਦੀ ਵੀ ਇੰਟਰਵਿਊ ਹੋਊਗੀ ਤੇ ਉਹ ਮੀਡੀਆ ਕਰੂਗਾ, ਕਿਉਂ ਨਹੀਂ ਕਰੂਗਾ। ਤੁਸੀਂ ਇਹ ਦੇਖੋ ਕਿ ਸਿਮਰਨਜੀਤ ਮਾਨ ਇੱਕ ਪੋਲੀਟੀਸ਼ੀਅਨ ਨੇ, ਤੇ ਸਿਮਰਨਜੀਤ ਮਾਨ ਨੂੰ ਵੀ ਤਾਂ ਸਵਾਲ ਹੋਊਗਾ ਨਾ ਕਿਸੇ ਗੱਲ ਤੇ, ਪਰ ਇੱਕ ਵੱਡਾ ਤਬਕਾ ਹੈ ਕਿ ਉਹ, ਜੇ ਤੁਸੀਂ ਉਹਨਾਂ ਨੂੰ ਸਵਾਲ ਕਰ ਲਓ ਤੇ ਉਹਦਾ ਗਾਲਾਂ ਦੀ ਹਨੇਰੀ ਲਿਆ ਦਿੰਦਾ ਤੁਹਾਨੂੰ ਕਿ ਹਾਊ ਡੇ ਯੂ, ਤੂੰ ਸਵਾਲ ਕਿਵੇਂ ਕਰ ਲਿਆ। ਇਸੇ ਤਰ੍ਹਾਂ ਇੱਕ ਕਾਮਰੇਡ ਗਰੁੱਪ ਹੈ ਪੂਰਾ ਵੱਡਾ, ਉਹ ਵੀ ਇਸੇ ਤਰ੍ਹਾਂ ਰਿਐਕਟ ਕਰਦਾ। ਮੈਂ ਹੈਰਾਨ ਹਾਂ ਇਸ ਲੜਾਈ ਦੇ ਵਿੱਚ, ਇਸ ਪੱਧਰ 'ਚ ਅੰਦੋਲਨ ਤੋਂ ਬਾਅਦ ਕਿੱਥੋਂ ਤੱਕ ਤੁਸੀਂ ਲੈ ਗਏ ਗੱਲਾਂ। ਇਹ ਤਾਂ ਫਲਾਨਾ ਬੰਦਾ ਹੈ, ਤਾਂ XYZ ਬੰਦਾ, ਤੂੰ ਇਹਦੀ ਇੰਟਰਵਿਊ ਕਿਉਂ ਕਰਤੀ ਮੱਕੜਾ, ਜਾਂ ਫਲਾਨਿਆਂ ਬੋਲਦੇ ਨਾ, ਇਦਾਂ ਗੰਦਾ ਬੋਲਦੇ ਤੁਹਾਨੂੰ। ਸੜਕ ਤੇ ਖੜੇ ਹੋ ਕੇ ਉੱਚੀ ਉੱਚੀ ਉਹ ਕੈਪਟਨਾ, ਉਹ ਭਗਵੰਤਾ, ਇਹ ਕਹਿ ਦੇਣਾ ਜੇ ਜਰਨਲਿਜ਼ਮ ਹੈ, ਤੇ ਮੈਂ ਮਾਫੀ ਚਾਹੁੰਦਾ, ਮੈਂ ਨਹੀਂ ਕਰ ਸਕਦਾ ਇਹੋ ਜਿਹਾ ਕੁਝ। ਜੇ ਤੁਸੀਂ ਅੱਜ ਇਹ ਸੋਚ ਰਹੇ ਹੋ ਵੀ ਸਾਡੇ 3 ਮਿਲੀਅਨ 4 ਮਿਲੀਅਨ ਫਾਲੋਅਰ ਨੇ, ਸਾਡੀਆਂ ਖਬਰਾਂ ਰੋਜ਼ ਦੀਆਂ ਮਿਲੀਅਨਾਂ ਦੇ ਵਿੱਚ ਵੱਜ ਰਹੀਆਂ, ਤੇ ਤੁਸੀਂ ਇੰਪੈਕਟ ਜਰਨਲਿਜ਼ਮ ਕਰ ਰਹੇ ਹੋ, ਆਈ ਐਮ ਸੌਰੀ ਟੂ ਸੇ ਤੁਸੀਂ ਨਹੀਂ ਕਰ ਰਹੇ। ਕਦੇ ਰਾਮ ਰਹੀਮ ਨੇ ਪਿੱਚ ਨਹੀਂ ਜਾਣਿਆ ਹੋਣਾ ਛਤਰਪਤੀ ਸਾਹਿਬ। ਬਿਲਕੁਲ। ਉਹ ਆਪਦੇ ਹੰਕਾਰ 'ਚ ਬੈਠ ਕੇ ਸੋਚਦਾ ਹੋਣਾ ਇਹੋ ਜਿਹਾ ਤਾਂ ਮੈਂ ਮਸਲ ਕੇ ਰੱਖ ਦੂੰਗਾ ਪੱਤਰਕਾਰ। ਕਲਮ ਦੀ ਤਾਕਤ ਨੂੰ ਪਛਾਣੋ ਤੁਸੀਂ ਕਿੱਡੀ ਵੱਡੀ ਹੈ। ਕੀ ਪੰਜਾਬ ਦੇ ਲੋਕ, ਪੰਜਾਬ ਦੀ ਆਵਾਮ ਇੰਡੀਪੈਂਡੈਂਟ ਜਰਨਲਿਜ਼ਮ ਨੂੰ ਸਪੋਰਟ ਕਰਦੀ ਹੈ? ਜੇ ਕਰਦੀ ਹੈ ਤਾਂ ਕੀ ਉਹ ਇਹਦੇ ਲਈ ਪੇ ਕਰਨ ਨੂੰ ਤਿਆਰ ਨੇ? ਕੋਈ ਵੀ ਉੱਠ ਕੇ ਤੁਹਾਨੂੰ ਅੱਜ ਗਾਲ ਕੱਢਦਾ ਤੇ ਕੋਈ ਵੀ ਉੱਠ ਕੇ ਤੁਹਾਨੂੰ ਕਹਿੰਦਾ ਇਹ ਤਾਂ ਵਿਕਾਊ ਹੈ। ਇਹ ਕਿਉਂ ਹੋਇਆ? ਸਤਿ ਸ਼੍ਰੀ ਅਕਾਲ ਜੀ, ਸਿਆਸਤ ਲਾਈਵ ਦੇਖ ਰਹੇ ਹੋ ਤੇ ਮੈਂ ਹਾਂ ਰਾਵਰਿੰਦਰ ਸਿੰਘ ਬੈਨੀਪਾਲ। ਅੱਜ ਦੇ ਇਸ ਦੌਰ ਦੇ ਵਿੱਚ ਬਹੁਤ ਸਾਰੇ ਅਜਿਹੇ ਅਖੌਤੀ ਪੱਤਰਕਾਰ ਨੇ ਜਿਨ੍ਹਾਂ ਦੇ ਨਾਲ ਪੱਤਰਕਾਰੀ ਦਾ ਜਿਹੜਾ ਪੇਸ਼ਾ ਉਹ ਬਦਨਾਮ ਹੁੰਦਾ ਜਾ ਰਿਹਾ ਹੈ। ਸੰਗਰੂਰ ਪੁਲਿਸ ਨੇ ਐਸੇ ਹੀ ਕੁਝ ਅਖੌਤੀ ਪੱਤਰਕਾਰਾਂ ਦੇ ਖਿਲਾਫ ਪਰਚਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ। ਮਾਮਲਾ ਕੀ ਹੈ? ਇਹਨਾਂ ਪੱਤਰਕਾਰਾਂ ਨੇ, ਅਖੌਤੀ ਪੱਤਰਕਾਰਾਂ ਨੇ ਅਜਿਹਾ ਕੀ ਕੀਤਾ ਜੋ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ? ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਸਾਡੇ ਨਿਊਜ਼ ਐਡੀਟਰ ਸਿਮਰਜੋਤ ਸਿੰਘ ਮੱਕੜ। ਮੱਕੜ ਸਾਹਿਬ, ਜਿਸ ਤਰੀਕੇ ਨਾਲ ਮੈਂ ਲਫ਼ਜ਼ ਵਰਤਿਆ ਅਖੌਤੀ ਪੱਤਰਕਾਰ, ਵਾਕਈ ਅਖੌਤੀ ਪੱਤਰਕਾਰ ਸੀ ਇਹ, ਤੇ ਕਰ ਕੀ ਰਹੇ ਸੀ? ਰਾਓ ਜੀ, ਸਭ ਤੋਂ ਖਤਰਨਾਕ ਇੱਕ ਕਵਿਤਾ ਜਿਹੜੀ ਤੁਹਾਡੇ ਧਿਆਨ ਹੈ ਨਾ, ਪਾਸ਼ ਦੀ ਇੱਕ ਕਵਿਤਾ ਆਈ ਸੀ, ਸਭ ਤੋਂ ਖਤਰਨਾਕ, ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਮੈਂ, ਤੁਸੀਂ ਜਦੋਂ ਸਵਾਲ ਕਰ ਰਹੇ ਸੀ ਮੇਰੇ ਜ਼ਿਹਨ 'ਚ ਉਹ ਚੱਲ ਰਹੀ ਸੀ ਕਿ ਸਭ ਤੋਂ ਖਤਰਨਾਕ ਹੁੰਦਾ ਕੀ ਹੈ। ਸਾਡੇ ਚਾਰੋਂ ਥੰਮ ਨੇ ਜਿਹੜੇ ਡੈਮੋਕ੍ਰੇਸੀ ਦੇ। ਅਕਸਰ ਅਸੀਂ ਕਰਪਟ ਪੁਲਿਸ ਦੀ ਗੱਲ ਕਰਦੇ ਹਾਂ, ਅਸੀਂ ਕਰਪਟ ਬਿਊਰੋਕਰੇਸੀ ਦੀ ਗੱਲ ਕਰਦੇ ਹਾਂ। ਪੋਲੀਟਿਕਸ ਤਾਂ ਅਸੀਂ ਗੱਲ ਕਰਨ ਦੀ ਲੋੜ ਹੀ ਨਹੀਂ, ਸਾਨੂੰ ਪਤਾ ਹੈ ਕਿ ਕੈਸੀ ਹੈ। ਸਾਡੀ ਜੁਡੀਸ਼ਰੀ ਦੀ ਗੱਲ ਆਉਂਦੀ ਹੈ ਕਿ ਸਾਡੀ ਜੁਡੀਸ਼ਰੀ ਜਿਹੜੀ ਹੈ ਉਹ ਵੀ ਪ੍ਰਭਾਵ ਦੇ ਹੇਠ ਚੱਲ ਕੇ ਕੰਮ ਕਰਦੀ ਹੈ, ਉਹ ਵੀ ਖਤਰਨਾਕ ਹੈ। ਪਰ ਮੈਨੂੰ ਲੱਗਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਭ ਤੋਂ ਖਤਰਨਾਕ ਹੈ ਪੱਤਰਕਾਰ ਦਾ ਪੱਤਰਕਾਰ ਨਾ ਹੋਣਾ। ਤੁਸੀਂ ਦੇਖੋ ਕਿ ਅਮਰੀਕਾ ਦੇ ਇੰਨੇ ਵੱਡੇ ਇੱਕ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਿੱਥੇ ਪੱਤਰਕਾਰੀ ਦੇ ਮਿਆਰ ਦੀ ਰਿਸਪੈਕਟ ਹੁੰਦੀ ਹੈ, ਅੰਗਦ ਸਿੰਘ ਨਾਂ ਦਾ ਪੱਤਰਕਾਰ ਜਦੋਂ ਇੰਡੀਆ ਆਉਂਦਾ ਹੈ, ਜਿਹੜਾ ਕਰੋਨਾ ਕਾਲ 'ਚ ਐਕਸਪੋਜ਼ ਕਰਦਾ ਹੈ, ਜਿਹਦੀ ਡਾਕੂਮੈਂਟਰੀ ਦੀ ਚਰਚਾ ਹੁੰਦੀ ਹੈ, ਜਿਹਨੂੰ ਅਮਰੀਕਾ ਦਾ ਅਵਾਰਡ ਮਿਲਦਾ ਹੈ,
ਉਹਨੂੰ ਡਿਪੋਰਟ ਕਰ ਦਿੱਤਾ ਜਾਂਦਾ ਹੈ ਵਾਪਸ ਜੀ, ਤੇ ਇਹਦੀ ਚਰਚਾ ਤੱਕ ਨਹੀਂ ਹੁੰਦੀ, ਇਹਦੀ ਗੱਲ ਵੀ ਨਹੀਂ ਹੁੰਦੀ। ਸਿੱਖ ਵਿਦਵਾਨ, ਮੈਂ ਕਹਿੰਦਾ ਕਿ ਤੁਸੀਂ ਜੇ ਜਰਨਲਿਸਟਿਕ ਪੁਆਇੰਟ ਆਫ ਵਿਊ ਤੋਂ ਨਹੀਂ ਕਰ ਰਹੇ ਤਾਂ ਬੀਇੰਗ ਅ ਸਿੱਖ ਵੀ ਕਿਸੇ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ਼ੂ ਰੇਜ਼ ਨਹੀਂ ਕੀਤਾ, ਕਿਸੇ ਬੰਦੇ ਨੇ ਇਸ ਗੱਲ ਦਾ ਸਵਾਲ ਨਹੀਂ ਕੀਤਾ ਕਿ ਆਖਰ ਕਿਉਂ ਉਹਨੇ ਭੁਗਤਿਆ, ਵਾਪਸ ਕਿਉਂ ਭੇਜਿਆ ਗਿਆ। ਉਹ ਇਹ ਵੀ ਹੋ ਸਕਦਾ ਨਾ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਮੀਡੀਆ ਨੇ ਨਹੀਂ ਚੱਕੀ ਮੈਂ ਖਬਰ। ਜਿਹੜੀ ਇਹੀ ਗੱਲ ਕਰ ਰਿਹਾ ਕਿ ਜਿਸ ਪੱਤਰਕਾਰਾਂ ਦੀ ਤੁਸੀਂ ਸਵਾਲ ਕੀਤਾ ਹੈ ਨਾ, ਦਰਅਸਲ ਸਾਡੇ ਪੂਰੇ ਪ੍ਰੋਫੈਸ਼ਨ ਨੂੰ ਅੱਜ ਦੋ ਤਰੀਕੇ ਨਾਲ ਬਹੁਤ ਬਦਨਾਮੀ ਝੱਲਣੀ ਪੈ ਰਹੀ ਹੈ। ਇੱਕ ਕਿ ਕੋਈ ਵੀ ਉੱਠ ਕੇ ਤੁਹਾਨੂੰ ਅੱਜ ਗਾਲ ਕੱਢਦਾ ਤੇ ਕੋਈ ਵੀ ਉੱਠ ਕੇ ਤੁਹਾਨੂੰ ਕਹਿੰਦਾ ਇਹ ਤਾਂ ਵਿਕਾਊ ਹੈ। ਇਹ ਕਿਉਂ ਹੋਇਆ? ਇਹ ਤਾਂ ਹੋਇਆ ਕਿ ਤੁਸੀਂ ਜਦੋਂ ਜਸਟਿਸ ਦਿਵਾਉਣ ਦੇ ਵਿੱਚ ਜੋ ਭੂਮਿਕਾ ਨਿਭਾਉਣੀ ਸੀ ਉਹ ਨਹੀਂ ਨਿਭਾ ਸਕੇ। 9 ਬੰਦੇ ਸੰਗਰੂਰ ਪੁਲਿਸ ਨੇ ਬੁੱਕ ਕੀਤੇ। ਇਹ ਉਹ 9 ਬੰਦੇ ਸੀਗੇ, ਮੈਂ ਹੁਣੇ FIR ਦੀ ਕਾਪੀ ਵੀ ਪੜ੍ਹ ਰਿਹਾ ਸੀਗਾ, ਮੈਂ ਬੜਾ ਹੈਰਾਨ ਹੋਇਆ ਕਿ ਇਹ ਉਹ 9 ਬੰਦੇ ਸੀ ਜਿਨ੍ਹਾਂ ਤੇ ਲਗਾਤਾਰ ਕਈ ਸਾਲਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ। ਤਾਜ਼ੀ ਨਹੀਂ ਹੈ ਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਇਸ ਤਰ੍ਹਾਂ ਹੋਇਆ ਤੇ ਇਦੋਂ ਪਹਿਲਾਂ ਪਿਛਲੀ ਸਰਕਾਰਾਂ ਤੋਂ ਲਗਾਤਾਰ ਐਪਲੀਕੇਸ਼ਨਾਂ ਆ ਰਹੀਆਂ ਸੀ। ਕਿਸੇ SSP ਨੇ ਜੁਰਤ ਨਹੀਂ ਦਿਖਾਈ ਕਿ ਇਹਦੇ ਤੇ ਐਕਸ਼ਨ ਲਿਆ ਜਾਵੇ। ਮਨਦੀਪ ਸਿੰਘ ਹੁਣੇ ਅੱਜ ਕੱਲ੍ਹ ਥੋੜ੍ਹੇ ਇਹ ਵੀ ਚਰਚਾ 'ਚ ਨੇ ਕਿ ਉਹ ਐਕਟਿਵ ਹੋਇਆ, ਪਰ ਮੈਨੂੰ ਲੱਗਦਾ ਹੈ ਕਿ ਇਸ ਗੱਲ ਨੂੰ ਲੁਕਾਉਣ ਦੀ ਬਜਾਏ ਸਾਨੂੰ ਸਭ ਨੂੰ ਇਹ ਦੱਸਣਾ ਚਾਹੀਦਾ ਹੈ, ਤੁਹਾਡੇ ਆਪੋ ਆਪਣੇ ਸ਼ਹਿਰ ਦੇ ਵਿੱਚ ਜੋ ਵੀ ਕੋਈ ਵਿਅਕਤੀ ਬਲੈਕਮੇਲਿੰਗ ਦਾ ਧੰਦਾ ਕਰਦਾ, ਜੋ ਵੀ ਮੀਡੀਆ ਦਾ ਨਾਂ ਵਰਤ ਕੇ ਤੁਹਾਡੇ ਕੋਲੇ ਆ ਕੇ ਕਹਿੰਦਾ ਹੈ ਕਿ ਇੰਨੇ ਪੈਸੇ ਦੇ ਨਹੀਂ ਮੈਂ ਤੇਰੀ ਖਬਰ ਚਲਾ ਦੂੰ, ਤਾਂ ਤੁਸੀਂ ਡਰੋ ਨਾ। ਜੇ ਤੁਸੀਂ ਗਲਤ ਨਹੀਂ ਹੋ ਤਾਂ ਜੀ ਹੁੰਦਾ ਕੀ ਪਿਆ, ਲੋਕ ਗੱਲ ਬਹੁਤ ਸਾਲ ਪਹਿਲਾਂ ਦੀ ਗੱਲ ਹੈ। ਆਮ ਤੌਰ ਤੇ ਜੇ ਤੁਸੀਂ ਕਿਸੇ ਸ਼ੈਲਰ ਵਾਲੇ ਦੇ ਜਾਂ ਕਿਸੇ ਵੀ ਡਿਪਾਰਟਮੈਂਟ ਜਿਹੜਾ ਸਰਕਾਰੀ ਕੰਮ ਦੇ ਨਾਲ ਸੰਬੰਧ ਰੱਖਦਾ ਉਹਨਾਂ ਦੇ ਕੋਲ ਜਾਓਗੇ ਨਾ, ਤੇ ਅਕਸਰ ਜੇ ਤੁਸੀਂ ਇਨ ਦਾ ਮਿਡਲ ਆਫ ਈਅਰ ਜੇ ਉਹਨਾਂ ਦਾ ਆਡਿਟ ਕਰਨ ਬਹਿ ਜਾਓ ਤੇ ਗੱਡੀਆਂ ਘੱਟ ਨਿਕਲ ਆਣਗੀਆਂ। ਉਹ ਤਰੀਕੇ ਨਾਲ ਆਪਦਾ ਕੰਮ ਕਰਦੇ, ਪੂਰਾ ਕਰਦੇ, ਵਿਚ ਇਜ਼ ਇਲੀਗਲ, ਜੋ ਗਲਤ ਹੈ ਜੀ। ਹੁਣ ਉਹ ਪੱਤਰਕਾਰਾਂ ਨੇ, ਕਿਉਂਕਿ ਮੈਂ ਮਾਲਵੇ ਦੇ ਉਸ ਖਿੱਤੇ ਤੋਂ ਆਉਣਾ ਜਿੱਥੇ ਜ਼ਿਆਦਾਤਰ ਇਹ ਗੁਰੂ ਹਰਸਾਏ, ਜਲਾਲਾਬਾਦ, ਫਾਜ਼ਿਲਕਾ, ਮਲੋਟ, ਮੁਕਤਸਰ ਸ਼ੈਲਰ ਬਹੁਤ ਨੇ ਜੀ, ਬਹੁਤ ਜ਼ਿਆਦਾ ਵੱਡੇ ਇੰਡਸਟਰੀ ਹੈ। ਤੇ ਉਹ ਆਮ ਤੌਰ ਤੇ 1-2 ਪੱਤਰਕਾਰਾਂ ਨੇ ਪੱਕਾ ਕੰਮ ਬੰਨਿਆ ਹੋਇਆ ਸੀ। ਨਾਮੀ ਨਾਮ ਦੱਸਦਾ ਤੁਹਾਨੂੰ ਮੈਂ, ਜਿਹੜੇ ਅੱਜ ਕੱਲ੍ਹ ਰੈਲੇਵੈਂਟ ਨੇ ਪੰਜਾਬ ਦੀ ਉਸ ਦੇ ਵਿੱਚ। ਉਦੋਂ ਨਵੇਂ ਸੀਗੇ ਤੇ ਅਸੀਂ ਛੋਟੇ ਹੁੰਦੇ ਸੀ ਤੇ ਮੇਰੇ ਫਾਦਰ ਕਿਉਂਕਿ ਇਸ ਟ੍ਰੇਡ ਦੇ ਨਾਲ ਸੰਬੰਧ ਰੱਖਦੇ ਸੀ ਤੇ ਉਹ ਉਦੋਂ ਪਤਾ ਲੱਗਦਾ ਸੀ। ਉਹ ਇੱਕ ਦਿਨ ਇੱਕ ਸ਼ੈਲਰ ਵਾਲੇ ਨੇ ਕੁੰਡਾ ਲਾ ਲਿਆ। ਹੁਣ ਉਹ ਗੱਡੀਆਂ ਤਾਂ ਘਟਦੀਆਂ ਸੀ। ਉਹ ਕਹਿੰਦਾ ਕਿ ਯਾਰ ਇਹਦਾ ਕੰਡਾ ਕੱਢਣਾ ਅੱਜ, ਵੀ ਇਹ ਆਏ ਯਾਰ ਹੀ ਆਉਂਦਾ, ਵੀਡੀਓ ਬਣਾਉਂਦਾ, 10,000 ਲੈ ਜਾਂਦਾ ਸਾਡੇ ਤੋਂ। ਉਹਨਾਂ ਨੇ ਫਿਰ ਥੋੜ੍ਹਾ ਜਿਹਾ ਉੱਥੇ ਸੇਵਾ ਕੀਤੀ, ਬਾਹਰ ਆਪਦਾ ਗੇਟ ਲਾ ਕੇ। ਖਬਰ ਨਹੀਂ ਲਾਈ ਉਹਨੇ ਉਸ ਤੋਂ ਬਾਅਦ। ਕਰੋਨਾ ਕਾਲ ਦੇ ਵਿੱਚ ਮੇਰੇ ਉਹ ਵੀ ਖਬਰ ਨਹੀਂ ਲਾਈ ਕਿ ਮੇਰਾ ਕਟਾਪਾ ਹੋ ਗਿਆ, ਬਸ ਕੋਈ ਖਬਰ ਨਹੀਂ ਲਾਈ। ਉਦੋਂ ਬਾਅਦ ਉਹਨੇ ਉਹੋ ਜੀ ਬਣਦਾ ਤਾਂ ਇਹ ਸੀ, ਜੇ ਵਾਕਈ ਤੁਸੀਂ ਇਮਾਨਦਾਰ ਹੋ, ਤੁਸੀਂ ਐਕਸਪੋਜ਼ ਕਰਕੇ ਖਬਰ ਲਾਉਂਦੇ ਕਿ ਫਲਾਣੇ ਬੰਦੇ ਨੇ ਘੁਟਾਲਾ ਕੀਤਾ ਤੇ ਉਹ ਛਪ ਜਾਂਦੀ। ਖਬਰ ਛਪਣ ਦੀ ਖੇਡ ਨਹੀਂ ਹੈ ਬਲੈਕਮੇਲਿੰਗ ਦੀ ਪੱਤਰਕਾਰੀ, ਖਬਰ ਨਾ ਛਪਣ ਦੀ ਖੇਡ ਹੈ। ਆ ਇੱਕ ਏਜੰਟ ਵੀ ਰੋ ਰਹੇ ਸੀ 1-2 ਦਿਨ ਪਹਿਲਾਂ, ਨਾਮੀ ਏਜੰਟ ਹੈ, ਹਾਲਾਂਕਿ ਉਹ ਬਹੁਤ ਬਦਨਾਮ ਵੀ ਹੁੰਦਾ, ਪਰ ਉਹ ਕਹਿੰਦਾ ਸੀਗਾ ਕਿ ਮੇਰਾ ਜਲੂਸ ਕੱਢ ਰੱਖਿਆ ਰੋਜ਼ ਆ ਕੇ ਸ਼ਰੇਆਮ ਹੀ। ਅੱਛਾ, ਉਹ ਪੱਤਰਕਾਰ ਦੇਖੋ ਤੁਸੀਂ ਵੀਰ ਕੀ ਕਰ ਰਿਹਾ, ਉਹਨੇ ਖਬਰ ਲਾਈ ਕਿ ਜੀ ਇਹ ਏਜੰਟ ਜਿਹੜਾ ਹੈ ਫੇਲ ਹੋ ਗਿਆ, ਇਹਦਾ ਕਾਰੋਬਾਰ ਠੱਪ ਹੋ ਗਿਆ, ਇਹ ਪੈਸੇ ਲੈ ਕੇ ਭੱਜ ਸਕਦਾ ਹੈ। ਤੇ ਉਹਦੇ 'ਚ ਉਹ ਕਹਿ ਰਿਹਾ ਫੋਨ ਦੀ ਰਿਕਾਰਡਿੰਗ 'ਚ ਕਿ ਮੈਂ ਦੱਸੋ ਕਿੱਥੇ ਪੈਸੇ ਦੇਵਾਂ ਜੀ ਤੁਹਾਨੂੰ, ਕਰੋਨਾ ਤੋਂ ਬਾਅਦ ਮੇਰਾ ਕੰਮ ਨਹੀਂ ਚੱਲਿਆ, ਕਰੋਨਾ ਤੋਂ ਬਾਅਦ ਤੇ ਮੇਰਾ ਹਾਲਾਤ ਐਸੇ ਨੇ ਕਿ ਮੈਂ ਗੱਡੀ ਦੀਆਂ ਕਿਸ਼ਤਾਂ ਨਹੀਂ ਦੇ ਸਕਦਾ। ਤੇ ਉਹ ਕਹਿੰਦਾ ਜੀ ਫਿਰ ਪੈਸੇ ਤਾਂ ਦੇਣੇ ਹੀ ਪੈਣਗੇ, ਇਸ਼ਤਿਹਾਰ ਦੇ ਰੂਪ 'ਚ ਨਹੀਂ ਤਾਂ ਫਿਰ ਖਬਰ ਦੇ ਰੂਪ 'ਚ ਦੇ ਦਿਓ, ਇਹ ਤਾਂ ਦੇਣੇ ਹੀ ਪੈਣ। ਔਰ ਉਹ ਚਲਾ ਰਿਹਾ ਆਪਦੇ ਚੈਨਲ ਤੇ ਇਹ ਗੱਲ। ਤੁਸੀਂ ਬੇਸ਼ਰਮੀ ਦੀ ਹੱਦ ਦੇਖੋ। ਹੁਣ ਸੰਗਰੂਰ ਪੁਲਿਸ ਨੇ ਜਿਹੜੇ 9 ਬੰਦੇ ਬੁੱਕ ਕੀਤੇ ਨਾ, ਉਹ ਇਹੀ ਕਰ ਰਹੇ ਸੀ। ਰਾਓ ਜੀ, ਜਿੰਨੇ ਹਰੇਕ ਹਲਕੇ ਦੇ ਵਿੱਚ 1-2 ਨਾਮੀ ਬੰਦੇ, ਤੁਸੀਂ ਸ਼ਹਿਰ 'ਚ ਜਾਓ ਨਾ, ਕਿਸੇ ਹਲਕੇ ਜਾਓ, ਤੁਸੀਂ ਪਟਿਆਲੇ ਇੰਨਾ ਚਿਰ ਆਪ ਕੀਤੀ, ਤੁਹਾਨੂੰ ਵੀ ਪਤਾ ਹੈ, ਤੁਸੀਂ ਸਮਾਈਲ ਕਰ ਦਿਓਗੇ ਪਰ ਨਾਂ ਨਹੀਂ ਹੁਣ ਤੁਸੀਂ ਲੈ ਸਕਦੇ, ਤੁਹਾਡੀ ਮਜਬੂਰੀ ਹੈ। ਤੁਹਾਨੂੰ ਪਤਾ ਹੈ ਕਿ ਜੇ ਫਲਾਣੇ ਥਾਣੇ 'ਚ ਕੰਮ ਕਰਾਉਣਾ ਹੈ ਤਾਂ ਕਿਹੜੇ ਪੱਤਰਕਾਰ ਨੂੰ ਕਹਿਣਾ ਹੈ, ਕਿਹਦੀ ਚੱਲਦੀ ਹੈ, ਜੇ ਇੰਪਰੂਵਮੈਂਟ ਟਰਸਟ ਜਾਣਾ ਤਾਂ ਕਿਹਨੂੰ ਕਹਿਣਾ, ਉੱਥੋਂ ਯਾਰ ਫਾਈਲ ਮੇਰੀ ਮੂਵ ਨਹੀਂ ਹੋ ਰਹੀ ਭਾਈ, ਉਹ ਕਹਿੰਦਾ ਗੱਲ ਹੀ ਕੋਈ ਨਹੀਂ ਜੀ। ਦਰਅਸਲ ਇਹ ਲੋਕਾਂ ਕਰਕੇ ਅਸੀਂ ਅੱਜ ਸਾਰੇ ਸ਼ਿਕਾਰ ਹੋਏ ਕਿ ਸਾਨੂੰ ਸਾਰਿਆਂ ਨੂੰ ਇਕੱਠੀ ਗਾਲ ਪੈਂਦੀ ਹੈ, ਜਿਵੇਂ ਪੁਲਿਸ ਮਹਿਕਮੇ 'ਚ ਹੋਇਆ। ਚੰਗੇ ਪੁਲਿਸ ਵਾਲੇ ਵੀ ਤਾਂ ਹੈਗੇ ਨਾ, ਚੰਗੇ ਪੋਲੀਟੀਸ਼ੀਅਨ ਵੀ ਤਾਂ ਹੈਗੇ ਨਾ, ਜੱਜ ਵੀ ਕਮਾਲ ਦੇ ਪਏ, ਜਸਟਿਸ ਕਾਟਜੂ ਵਰਗੇ ਜੱਜ ਵੀ ਸਾਡੇ ਕੋਲੇ ਹੈਗੇ ਨਾ, ਜਿਹੜੇ ਕਦੇ ਝੁਕੇ ਨਹੀਂ। ਬਿਲਕੁਲ। ਪਰ ਜੁਡੀਸ਼ਰੀ ਤੇ ਵੀ ਸਵਾਲ ਹੋਣ ਲੱਗ ਗਿਆ, ਪੁਲਿਸ ਤੇ ਵੀ, ਪੱਤਰਕਾਰਾਂ ਤੇ ਵੀ ਸਵਾਲ ਹੋਣ ਲੱਗ ਗਿਆ। ਔਰ ਦੂਜੀ ਗੱਲ ਇਹ ਹੋ ਗਈ, ਜਦੋਂ ਥੱਲੇ ਦੇ ਲੈਵਲ ਤੋਂ ਪ੍ਰੋਫੈਸ਼ਨ ਇਸ ਤਰ੍ਹਾਂ ਬਦਨਾਮ ਹੋਇਆ, ਉਹ ਇਹ ਕਰ ਕੀ ਰਹੇ ਸੀ, ਥੋੜੀ ਇਹ ਵੀ ਮੈਂ ਡਿਟੇਲ ਦੱਸ ਦਿੰਨਾ।
ਇਹ 9 ਬੰਦੇ ਸੀ, 9 ਤੇ ਪਰਚਾ ਦਰਜ ਹੋਇਆ। ਇਹਨਾਂ ਨੇ ਆਪਦੇ ਛੋਟੇ-ਛੋਟੇ YouTube Facebook ਚੈਨਲ ਬਣਾਏ ਜੀ। ਇਹ ਟਾਰਗੇਟ ਕਰਕੇ ਥਾਣਿਆਂ ਦੇ ਵਿੱਚ ਬੈਠਦੇ ਸੀ। ਨਿੱਕਾ ਜਿਹਾ ਵੀ ਕਿਸੇ ਦਾ ਕੇਸ ਆ ਗਿਆ, 751 ਦਾ ਵੀ ਮਾਮਲਾ ਆ ਗਿਆ, ਇਹ ਉਹਦੇ ਵਿੱਚ ਧਿਰ ਬਣ ਜਾਂਦੇ ਸੀ। ਇੱਥੋਂ ਤੱਕ ਕਿ ਪੁਲਿਸ ਅਫੀਸ਼ੀਅਲ ਵੀ ਬਲੈਕਮੇਲ ਹੋਏ, FIR ਕਹਿ ਰਹੀ ਹੈ। ਕੁਝ ਨਾਲ ਵੀ ਦੱਸ ਰਹੇ ਨੇ ਕਿ ਨਾਲ ਵੀ ਮਿਲ ਗਏ ਸੀ। ਮਿਲੇ ਤਾਂ ਚਲੋ ਆਮ ਕਾਮਨ ਗੱਲ ਹੈ ਨਾ, ਇਹ ਤਾਂ ਵੀ SHO ਪੱਤਰਕਾਰ ਨਾਲ ਰਲ ਗਿਆ, ਉਦੋਂ ਬਾਅਦ 2 ਧਿਰਾਂ ਦੀ ਲੜਾਈ ਹੋਈ ਤੇ ਫਿਰ ਪਾਰਟੀ ਬਣ ਕੇ ਤੇ ਦੋਵਾਂ ਤੋਂ ਪੈਸੇ ਕਿਵੇਂ ਖਾਣੇ ਆ ਉਹ ਚੱਲਿਆ ਕੰਮ। ਇਹ ਤਾਂ ਕਾਮਨ ਗੱਲ ਹੈ ਨਾ। ਪੁਲਿਸ ਬਲੈਕਮੇਲ ਹੁੰਦੀ ਰਹੀ ਇੱਥੇ ਸੰਗਰੂਰ ਦੇ ਵਿੱਚ ਤੇ ਅਖੀਰ ਪੁਲਿਸ ਅਫਸਰ ਜਾ ਕੇ ਪਿੱਟੇ ਵੀ ਭਾਈ ਸਾਹਿਬ ਆ 4 ਜਾਣੇ ਹੈਗੇ ਆ, ਇਹ ਵੀਡੀਓ ਬਣਾ ਲੈਂਦੇ ਆ ਤੇ ਬਾਅਦ ਸਾਡਾ ਕੱਢਦੇ ਆ ਜਲੂਸ ਤੇ ਇਹਨਾਂ ਦਾ ਕੋਈ ਹੱਲ ਕਰੋ ਤੇ ਇਹ ਪਰਚਾ ਦਰਜ ਹੋਇਆ। ਦੇਖੋ, ਜਦੋਂ ਮੈਂ ਨਹੀਂ ਕਹਿੰਦਾ ਸਾਰੇ ਕਿੱਤੇ ਸਤਿਕਾਰਤ ਨੇ। ਮੈਂ ਇੱਕ ਜਗ੍ਹਾ ਦੇ ਉੱਤੇ ਇੱਕ ਬੰਦਾ ਦਿਨੇ ਆਂਡਿਆਂ ਦੀ ਰੇਹੜੀ ਲਾਉਂਦਾ, ਵੀਰ ਮੇਰਾ, ਹੋ ਸਕਦਾ ਉਹ ਮੈਂ ਨਹੀਂ ਕਹਿ ਰਿਹਾ ਕਿ ਉਹ ਲਾਉਣਾ ਗਲਤ ਹੈ। ਕੋਈ ਟੈਲੈਂਟਡ ਬੰਦਾ ਹੋਵੇ ਤੇ ਜਿਹਦੇ ਕੋਲੇ ਟੈਲੈਂਟ ਹੋਵੇ ਤੇ ਜਿਹੜਾ ਕਰ ਸਕਦਾ ਹੋਵੇ, ਜਿਹਨੂੰ ਸਮਝ ਹੋਵੇ, ਉਹ ਕਰ ਲੇ। ਪਰ ਇੱਕ ਵਿਅਕਤੀ ਜਿਹੜਾ ਸਾਰਾ ਦਿਨ ਜਿਹੜਾ ਇਹ ਥਾਟ ਦਾ, ਉਹ ਸ਼ਾਮ ਨੂੰ ਉਹ ਕਹਿੰਦਾ ਕਿ ਮੈਂ ਸਵੇਰੇ ਉਹ ਪੱਤਰਕਾਰੀ ਕਰਦਾ ਤੇ ਸ਼ਾਮ ਨੂੰ ਉਹ ਗਲਤ ਨਹੀਂ ਹੈ। ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਕੰਮ ਨਾ ਕਰੋ ਜਾਂ ਆਂਡਿਆਂ ਦੀ ਰੇਹੜੀ ਲਾ ਲੈਣਾ ਕੋਈ ਗਲਤ ਹੈ, ਪਰ ਜਦੋਂ ਤੁਸੀਂ ਉਸ ਥਾਟ ਦੇ ਨਾਲ ਚੱਲ ਰਹੇ ਹੋ ਕਿ ਤੁਸੀਂ ਲੁੱਟਣਾ ਹੀ ਹੈ ਜਾਂ ਬਲੈਕਮੇਲਿੰਗ ਵਾਸਤੇ ਤੁਸੀਂ, ਔਰ ਇਹਨਾਂ ਨੇ ਹੋਰ ਦੱਸਦਾ ਤੁਹਾਨੂੰ, ਯੈਲੋ ਕਾਰਡ ਤੱਕ ਬਣਾਏ ਹੋਏ ਸੀ ਆਪਦੇ ਜਾਲੀ। ਯੈਲੋ ਕਾਰਡ ਜਾਲੀ ਬਣਾ ਕੇ ਆਪਰੇਟ ਕਰਦੇ ਸੀ ਔਰ ਸ਼ਰੇਆਮ ਉਹ ਵੜਦੇ ਸੀ। ਇੰਨਾ ਕੌਨਫੀਡੈਂਸ ਤਾਂ ਤੁਹਾਡੇ ਮੇਰੇ 'ਚ ਨਹੀਂ ਹੈਗਾ ਕਿ ਅਸੀਂ। ਅੱਛਾ, ਮੈਂ ਇੱਕ ਗੱਲ ਹੋਰ ਦੇਖੀ ਹੈ ਜੀ, ਮੈਂ ਬੜੀ ਕਮਾਲ ਦੀ ਗੱਲ ਤੁਹਾਨੂੰ ਕਰ ਰਿਹਾ। ਅਸੀਂ ਕਈ ਵਾਰੀ ਜਦੋਂ ਟੋਲ ਤੋਂ ਲੰਘਦੇ ਹਾਂ ਨਾ, ਤੇ ਮੇਰੀ ਆਦਤ ਹੈ ਕਿ ਮੈਂ ਬਹੁਤ ਘੱਟ ਹੁੰਦਾ ਹੈ ਕਿ ਮੈਂ ਕਾਰਡ ਦਿਖਾ ਕੇ ਲੰਘ ਜਾਏ, ਜਾਂ ਕਈ ਵਾਰੀ ਇਹ ਹੁੰਦਾ ਕਿ ਠੀਕ ਹੈ ਤੁਹਾਨੂੰ ਫੈਸਿਲਿਟੀ ਮਿਲੀ ਹੈ ਤੇ ਉਹਦੇ 'ਚ ਗਲਤ ਵੀ ਕੁਝ ਨਹੀਂ ਹੈ ਕਿ ਤੁਸੀਂ ਕਾਰਡ ਦਿਖਾਉਣ ਨੂੰ ਲੰਘ ਜਾਂਦੇ ਹੋ। ਮੈਂ ਇਹ ਗੱਲ ਨੋਟਿਸ ਕੀਤੀ ਹੈ ਕਿ ਜਿਹੜੇ ਲੋਕਲ ਬੈਠੇ ਉਹ ਵਿਅਕਤੀ ਜਿਹੜੇ ਦਰਅਸਲ ਕਿਸੇ ਸਤਿਕਾਰਤ ਅਦਾਰੇ ਦੇ ਵੀ ਨਹੀਂ ਹੈ ਜਾਂ ਜਰਨਲਿਜ਼ਮ ਦਾ ਜਿਨ੍ਹਾਂ ਨੂੰ ਊੜਾ ਐੜਾ ਨਹੀਂ ਆਉਂਦਾ, ਉਹ ਵੱਧ ਐਕਸਪਲੋਇਟ ਕਰਨਗੇ। ਉਹ ਜਾ ਕੇ ਪਾਰਕਿੰਗ ਫੀਸ ਨਹੀਂ ਦੇਣਗੇ। ਬਿਲਕੁਲ। ਉਹ ਇੱਥੋਂ ਤੱਕ ਕਿ ਜਿਹੜੇ ਲੋਕਲ ਢਾਬੇ ਢੁੱਬੇ ਹੈ ਤੇ ਇਸ ਪੱਧਰ ਦੀਆਂ ਗੱਲਾਂ ਹੋ ਰਹੀਆਂ, ਰੋਬ ਮਾਰਨਗੇ ਪੂਰਾ ਜਾ ਕੇ, ਰੋਬ ਵੀ ਰੋਟੀ ਫ੍ਰੀ ਦੀ ਲੈ ਜਾਣੀ ਹੈ। ਉਹ ਟਰੈਵਲ ਕਰਦੇ ਹੋਏ ਪੈਸੇ ਨਹੀਂ ਦਿੰਦੇ ਜੀ। ਜਦੋਂ ਜਿਹੜੇ ਬੰਦੇ ਇਹ ਕੰਮ ਕਰ ਰਹੇ ਆ, ਸਮਾਜ ਨੂੰ ਇਹ ਸਮਝਣਾ ਚਾਹੀਦਾ, ਉਹਨਾਂ ਨੂੰ ਉਹ ਤੁਸੀਂ ਇਹ ਸਮਝੋ ਕਿ ਜੇ ਇਸ ਪੱਧਰ ਤੇ ਕੋਈ ਆਪਰੇਟ ਕਰ ਰਿਹਾ, ਤੁਹਾਡੇ ਢਾਬੇ ਦੇ ਉੱਤੇ, ਤੁਹਾਡੇ ਰੈਸਟੋਰੈਂਟ ਦੇ ਉੱਤੇ ਆ ਕੇ ਜੇ ਕੋਈ ਇਹ ਕਹਿ ਕੇ ਰੋਬ ਮਾਰੇ ਕਿ ਮੈਂ ਪੱਤਰਕਾਰ ਹਾਂ ਤੇ ਤੁਹਾਨੂੰ ਉਹ ਬਲੈਕਮੇਲ ਇਸ ਪੱਧਰ ਕਰੇ ਕਿ ਚਾਹੇ ਤੁਹਾਡੇ ਤੋਂ ਇਕੱਲੀ ਰੋਟੀ ਲੈ ਜੇ, ਤੁਹਾਨੂੰ ਫਰਕ ਨਹੀਂ ਪੈਂਦਾ ਹੋਊਗਾ, ਤੁਸੀਂ ਉਹਦੇ ਸਾਹਮਣੇ ਅੜੋ। ਜੇ ਪੋਲੀਟੀਸ਼ੀਅਨ ਮੂਹਰੇ ਅੜਨਾ, ਜੇ ਤੁਸੀਂ ਜੁਡੀਸ਼ਰੀ ਗਲਤ ਹੋ ਰਹੀ ਉਹਦੇ ਖਿਲਾਫ ਆਵਾਜ਼ ਉਠਾਉਣੀ ਹੈ, ਜੇ ਤੁਸੀਂ ਪੁਲਿਸ ਦੇ ਖਿਲਾਫ ਬੋਲਦੇ ਹੋ ਤੇ ਫਿਰ ਤੁਸੀਂ, ਮੈਂ ਖੁਦ ਕਹਿ ਰਿਹਾ ਬੀਇੰਗ ਅ ਜਰਨਲਿਸਟ, ਕਿ ਤੁਸੀਂ ਐਸੀ ਪੱਤਰਕਾਰੀ ਦੇ ਖਿਲਾਫ ਵੀ ਬੋਲੋ। ਤੁਸੀਂ ਸਾਨੂੰ ਵੀ ਸਵਾਲ ਕਰੋ, ਜਿੱਥੇ ਤੁਹਾਨੂੰ ਲੋਕ ਸਾਨੂੰ ਕਰਦੇ ਆ ਨਾ ਬਹੁਤ ਵਾਰੀ ਸਵਾਲ, ਤੇ ਅਸੀਂ ਖੁੱਲੇ ਦਿਲ ਨਾਲ ਉਹ ਚੈਲੰਜ ਲੈਂਦੇ ਹਾਂ। ਲੋਕ ਕਈ ਵਾਰੀ ਤੁਹਾਨੂੰ ਮੂੰਹ ਤੇ ਕਹਿ ਦਿੰਦੇ ਤੁਸੀਂ ਵਿਕਾਊ ਹੋ ਗਏ, ਤੁਹਾਨੂੰ ਉਹ ਚੈਲੰਜ ਕਬੂਲਣਾ ਚਾਹੀਦਾ ਹੈ। ਤੁਸੀਂ ਆਪਦੇ ਅੰਦਰ ਦੇਖ ਕੇ ਕਹੋ ਕਿ ਹਾਂ, ਜੇ ਕਿਸੇ ਨੇ ਤੁਹਾਨੂੰ, ਹਾਂ ਜੇ ਕੋਈ ਏਜੰਡੇ ਤੇ ਚੱਲ ਰਿਹਾ ਤਾਂ ਮੈਂ ਉਹਦਾ ਜਵਾਬ ਨਹੀਂ ਦੇ ਸਕਦਾ। ਜੇ ਕੋਈ ਇਹ ਸੋਚ ਕੇ ਚੱਲ ਰਿਹਾ ਰਾਓ ਜੀ ਵੀ ਮੈਂ ਤਾਂ ਇਹਨੂੰ ਮਾੜਾ ਹੀ ਕਹਿਣਾ ਤਾਂ ਪਤਾ ਨਹੀਂ, ਲੇਕਿਨ ਜੇ ਵਾਕਿਆ ਹੀ ਕੋਈ ਬੰਦਾ ਤੁਹਾਨੂੰ, ਜੇ ਕਿਸੇ ਨੂੰ ਇਹ ਮਹਿਸੂਸ ਹੋਇਆ ਕਿ ਤੁਸੀਂ ਲੋਕਾਂ ਦੀ ਆਵਾਜ਼ ਨਹੀਂ ਬਣ ਸਕ ਰਹੇ, ਤੇ ਫਿਰ ਤੁਸੀਂ ਆਪਣੇ ਅੰਦਰ ਝਾਕੋ, ਤੁਸੀਂ ਇਹ ਮਹਿਸੂਸ ਕਰੋ। ਦੂਜੀ ਇੱਕ ਗੱਲ, ਜਦੋਂ ਹੁਣ ਆਪਾਂ ਜਰਨਲਿਜ਼ਮ ਦੀ ਗੱਲ ਕਰ ਹੀ ਰਹੇ ਹਾਂ, ਇੱਕ ਨਾ ਐਥਿਕਸ ਹੁੰਦਾ ਸੀਗਾ ਕਿ ਅਦਾਰਿਆਂ ਦੇ ਖਿਲਾਫ ਕਦੇ ਨਹੀਂ ਸੀ ਚੱਲਦੇ ਹੁੰਦੇ। ਕੋਈ ਚੰਗਾ ਕਰ ਰਿਹਾ, ਕੋਈ ਮਾੜਾ ਕਰ ਰਿਹਾ, ਹਰੇਕ ਦੇ ਵਿੱਚ ਕਮੀਆਂ ਵੀ ਨੇ, ਹਰੇਕ ਦਾ ਕੋਈ ਨਾ ਕੋਈ ਕੁਝ ਚੰਗਾ ਵੀ ਕਰ ਰਿਹਾ। ਬਿਲਕੁਲ। ਹੁਣ ਦੇ ਦੌਰ ਦੇ ਵਿੱਚ ਕੀ ਹੋ ਗਿਆ ਕਿ ਜਿਹੜੇ ਨਵੇਂ ਮੁੰਡੇ ਉੱਠੇ, ਜਿੰਨੇ ਆਏ ਜੀ, ਉਹਨਾਂ ਨੇ ਇੱਕ ਇਹ ਤੈਅ ਕਰ ਲਿਆ ਕਿ ਅਸੀਂ ਜਿਹੜੇ ਐਸਟੈਬਲਿਸ਼ਡ ਲੋਕ ਹੈ ਉਹਨਾਂ ਦੇ ਖਿਲਾਫ ਬੋਲ ਦੇਣਾ ਤੇ ਉਹ ਸਾਨੂੰ ਸ਼ਾਇਦ ਕਿੱਕ ਦੇ ਜੂਗਾ। ਬਿਲਕੁਲ। ਜਿੰਨੀਆਂ ਇੰਟਰਵਿਊਜ਼ ਹੋ ਜਾਂਦੀਆਂ, ਉਹ ਬਿਕਾਜ਼ ਉਹ ਅਟੈਂਸ਼ਨ ਸੀਕਰ ਨੇ, ਉਹਨਾਂ ਦਾ ਮੋਟਿਵ ਰੀਅਲ ਜਰਨਲਿਜ਼ਮ ਨਹੀਂ ਹੈ। ਉਹ ਸਿਰਫ ਇਸ ਪਿੱਛੇ ਕਿ ਸਾਨੂੰ ਵਿਊ ਵੱਧ ਆ ਜਾਣਗੇ, ਉਹ ਇਸ ਖੇਡ ਦੇ ਵਿੱਚ ਪੈ ਰਿਹਾ ਕਿ ਮੀਡੀਆ 2 ਹਿੱਸੇ ਦੇ ਵਿੱਚ ਵੰਡ ਦਿੱਤਾ ਜਾਵੇ। ਔਰ ਪੰਜਾਬ ਦੇ ਚੰਗੇ ਸਿਆਣੇ ਲੋਕ ਵੀ ਇਸ ਖੇਡ ਦੇ ਵਿੱਚ ਪੈ ਗਏ, ਖਾਸ ਤੌਰ ਤੇ ਕਿਸਾਨ ਅੰਦੋਲਨ ਤੋਂ ਬਾਅਦ। ਬਿਲਕੁਲ। ਮੀਡੀਆ ਨੂੰ, ਤੁਸੀਂ ਉਹੀ ਮੀਡੀਆ ਜਿਹਦੇ ਸਿਰ ਦੇ ਉੱਤੇ ਕਿਸਾਨ ਅੰਦੋਲਨ ਜਿੱਤ ਕੇ ਆਏ ਹੋ, ਉਸੇ ਮੀਡੀਆ ਨੂੰ 2 ਹਿੱਸੇ ਦੇ ਵਿੱਚ, ਔਰ ਜਰਨਲਿਸਟ ਦੀ ਪਰਿਭਾਸ਼ਾ ਜਿਹੜੀ ਹੈ ਉਹ ਖਤਮ ਹੋ ਰਹੀ ਹੈ। ਐਕਟਿਵਿਜ਼ਮ ਆ ਰਿਹਾ ਜਰਨਲਿਜ਼ਮ 'ਚ,
ਖਾਸ ਤੌਰ ਤੇ ਅੰਦੋਲਨ ਤੋਂ ਬਾਅਦ, ਕਿਉਂਕਿ ਅਸੀਂ ਅੰਦੋਲਨ ਦੇ ਵਿੱਚ ਇੱਕ ਪਾਸੜ ਪੱਤਰਕਾਰੀ ਕੀਤੀ, ਇਸ 'ਚ ਕੋਈ ਦੋ ਰਾਏ ਨਹੀਂ ਹੈ। ਹੁਣ ਜੇ ਕੋਈ ਇਹਨੂੰ ਐਗਰੀ ਕਰਦਾ ਕਰੇ, ਨਹੀਂ ਕਰਦਾ ਤੇ ਕੋਈ ਫਰਕ ਨਹੀਂ ਪੈਂਦਾ ਉਸ ਗੱਲ ਦੇ ਨਾਲ, ਪਰ ਇਸ 'ਚ ਕੋਈ ਦੋ ਰਾਏ ਨਹੀਂ ਕਿ ਅਸੀਂ ਪੂਰੇ ਅੰਦੋਲਨ ਨੂੰ ਇਹ ਮੰਨ ਕੇ ਕਵਰੇਜ ਕੀਤੀ ਕਿ ਸਾਡੀ ਹੋਣ ਦੀ ਲੜਾਈ ਹੈ ਤੇ ਸਭ ਨੇ ਉਸ ਤਰੀਕੇ ਨਾਲ ਲੜਿਆ। ਬਿਲਕੁਲ। ਸੋ ਅੱਜ ਉਹੀ ਜਦੋਂ ਤੁਹਾਡੇ ਅੰਦਰ ਡਿਵੈਲਪ ਹੋ ਗਿਆ, ਤੁਸੀਂ ਐਕਟਿਵਿਸਟ ਬਣਦੇ ਜਾ ਰਹੇ ਹੋ। ਐਕਟਿਵਿਜ਼ਮ ਵੱਖਰਾ ਹੈ, ਜਰਨਲਿਜ਼ਮ ਵੱਖਰੀ ਹੈ। ਦੋਨੋਂ ਪੱਖ ਨਹੀਂ ਦੇਖ ਰਹੇ ਤੁਸੀਂ, ਦੋਨੋਂ ਪੱਖ ਬਿਲਕੁਲ ਨਹੀਂ ਦੇਖ ਰਹੇ। ਔਰ ਕਈ ਵਾਰੀ ਲੋਕ ਇਹ ਕਹਿ ਦੇਣਗੇ ਫਲਾਣੇ ਬੰਦੇ ਦੀ ਤੁਸੀਂ ਇੰਟਰਵਿਊ ਕਿਉਂ ਕੀਤੀ, ਤੁਸੀਂ ਤਾਂ ਵਿਕਾਊ ਹੋ। ਬਿਲਕੁਲ। ਸਾਨੂੰ ਤਾਂ ਜੇ ਪ੍ਰਧਾਨ ਮੰਤਰੀ ਵੀ ਇੰਟਰਵਿਊ ਦੇਊਗਾ ਤਾਂ ਅਸੀਂ ਕਰਾਂਗੇ। ਸਾਨੂੰ ਜੇ ਉਹ ਲੋਕ ਜਿਹੜੇ ਬੀਜੇਪੀ ਦੇ ਖਿਲਾਫ ਤੁਸੀਂ ਚੱਲ ਰਹੇ ਸੀ ਔਰ ਸਾਰਾ ਅੰਦੋਲਨ ਅਸੀਂ ਵੀ ਉਦੋਂ ਬੋਲਦੇ ਰਹੇ ਹਾਂ, ਸਵੇਰੇ ਉਹ ਆਪਦਾ ਪੱਖ ਰੱਖਣਗੇ, ਕੋਈ ਵੀ ਰੱਖੂਗਾ। ਰਵਨੀਤ ਬਿੱਟੂ ਨੇ ਵੀ ਸਵੇਰੇ ਲਾਰੈਂਸ ਬਿਸ਼ਨੋਈ ਦੀ ਵੀ ਇੰਟਰਵਿਊ ਹੋਊਗੀ ਤੇ ਉਹ ਮੀਡੀਆ ਕਰੂਗਾ, ਕਿਉਂ ਨਹੀਂ ਕਰੂਗਾ? ਤੁਸੀਂ ਗੱਲ ਨੂੰ ਸਮਝੋ। ਇੱਕ ਜਦੋਂ ਇਹ ਤੁਸੀਂ ਹੁਣ ਲੋਕ ਆਪਣੇ ਓਪੀਨੀਅਨ ਦੇ ਮੁਤਾਬਿਕ ਜੇ ਚਾਹਣਗੇ ਕਿ ਤੁਸੀਂ ਪੱਤਰਕਾਰੀ ਕਰੋ, ਜੇ ਇਹ ਕਿਹਾ ਜਾਊਗਾ ਵੀ ਆਹ ਠੀਕ ਹੈ, ਹਰ ਇੱਕ ਦਾ ਆਪਣਾ ਓਪੀਨੀਅਨ ਹੈ, ਧਿਰਾਂ ਬਣ ਜਾਂਦੀਆਂ ਜੀ ਜੀ। ਪੰਥਕ ਇਸ਼ੂ ਆਂਦਾ, ਕੋਈ ਇਸ਼ੂ ਆਂਦਾ, ਹਰ ਰੋਜ਼ ਹੁਣ ਚੱਲ ਹੀ ਇਹ ਰਿਹਾ ਨਾ, ਇੱਕ ਇੰਦਰਜੀਤ ਨਿੱਕੂ ਦਾ ਇਸ਼ੂ ਆਇਆ, ਉਹਦੇ ਤੇ ਪਹਿਲਾਂ ਮਾੜਾ ਕਿਹਾ, ਫਿਰ ਉਹਦੇ ਹੱਕ 'ਚ ਆ ਗਏ, ਫਿਰ ਉਦੋਂ ਬਾਅਦ 'ਚ ਇਹ ਪੋਸਟਾਂ ਪੈਣ ਲੱਗੀਆਂ ਵੀ ਇਹ ਤਾਂ ਜੀ ਸਟੰਟ ਸੀਗਾ, ਪੈਸਾ ਕਮਾਉਣ ਵਾਸਤੇ ਖੇਡਿਆ ਗਿਆ, ਹੈ ਨਾ ਜੀ। ਤਾਂ ਫਿਰ ਤੁਸੀਂ ਕੀ ਉਹਦੇ ਓਪੀਨੀਅਨ ਦੇ ਬੇਸ ਤੇ ਪੱਤਰਕਾਰੀ ਕਰਨ ਲੱਗ ਜਾਓਗੇ? ਕੀ ਤੁਸੀਂ ਇਹ ਸੋਚ ਕੇ, ਔਰ ਮੈਨੂੰ ਅਫਸੋਸ ਦੀ ਗੱਲ ਹੈ ਕਿ ਚੰਗੇ ਲੋਕ ਇਸ ਗੱਲ ਤੋਂ ਇਨਫਲੂਐਂਸ ਹੋ ਰਹੇ ਅੱਜ, ਚੰਗੇ ਜਰਨਲਿਸਟ ਇਨਫਲੂਐਂਸ ਹੋਣ ਲੱਗ ਗਏ। ਜਿੱਧਰ ਨੂੰ ਲੋਕ ਮੁੜਦੇ ਨੇ ਉਧਰ ਨੂੰ ਪੱਤਰਕਾਰ ਮੁੜਨ ਲੱਗ ਗਏ। ਬਿਲਕੁਲ ਮੁੜਨ ਲੱਗ ਗਏ, ਇਸ ਡਰ ਤੋਂ ਕਿ ਸ਼ਾਇਦ ਸਾਨੂੰ ਕੋਈ ਕੁਝ ਕਹਿ ਨਾ ਦੇਵੇ, ਇਸ ਡਰ ਤੋਂ ਕਿ ਕਮੈਂਟ ਨਾ ਮੇਰੇ ਖਿਲਾਫ ਚਲੇ ਜਾਣ। ਉਹਨਾਂ ਨੂੰ ਇਹ ਲੱਗਦਾ ਹੈ ਕਿ ਆਵਾਮ, ਉਹ ਜਰਨਲਿਜ਼ਮ ਥੋੜੀ ਹੋ ਰਹੀ ਹੈ, ਫਿਰ ਉਹ ਤਾਂ ਐਕਟਿਵਿਜ਼ਮ ਤੁਸੀਂ ਕਰ ਰਹੇ ਹੋ। ਤੁਸੀਂ ਜਦੋਂ ਧਿਰ ਬਣ ਰਹੇ ਹੋ, ਧਿਰ ਬਣਨਾ ਤੁਹਾਡਾ ਕੰਮ ਨਹੀਂ ਸੀ। ਔਰ ਜਦੋਂ ਜੇ ਤੁਸੀਂ ਕੋਈ ਇੰਟਰਵਿਊ ਕੀਤੀ ਔਰ ਉਸ ਤੋਂ ਬਾਅਦ ਜੇ ਕੋਈ ਇਹ ਕਹਿ ਰਿਹਾ ਤੂੰ ਇਹਦੀ ਕਿਉਂ ਕੀਤੀ, ਇਹ ਤਾਂ ਫਲਾਨਾ ਬੰਦਾ, ਇਹ ਤਾਂ XYZ ਬੰਦਾ, ਤੂੰ ਇਹਦੀ ਇੰਟਰਵਿਊ ਕਿਉਂ ਕਰਤੀ ਮੱਕੜਾ, ਜਾਂ ਫਲਾਨਿਆਂ ਬੋਲਦੇ ਨਾ, ਇੱਦਾਂ ਗੰਦਾ ਬੋਲਦੇ ਆ ਤੁਹਾਨੂੰ, ਇਰਰਿਸਪੈਕਟਿਵ ਆਫ ਇਹ ਸਭ ਕੁਝ, ਤੁਸੀਂ ਅੱਗੇ ਵਧੋ, ਇਹ ਤੁਹਾਡਾ ਕੰਮ ਹੈ ਉਹ ਕਰਨਾ ਜੀ। ਤੁਹਾਨੂੰ ਹਰ ਮੁੱਦੇ ਤੇ ਹਰ ਪੱਖ ਦੇ ਨਾਲ ਪੱਤਰਕਾਰੀ ਕਰਨੀ ਪਊਗੀ। ਤੁਸੀਂ ਐਕਟਿਵਿਜ਼ਮ ਨਹੀਂ ਕਰ ਰਹੇ ਕਿ ਤੁਸੀਂ ਇੱਕ ਦੇ, ਹੁਣ ਬਹੁਤ ਸਾਰੇ ਲੋਕ ਇਹ ਸਵਾਲ ਕਰ ਰਹੇ ਕਿ ਸਰਕਾਰ ਦੀਆਂ ਖਬਰਾਂ ਕਿਉਂ ਚਲਾ ਰਹੇ ਹੋ ਜੀ? ਸਰਕਾਰ ਦੀ ਵੀ ਤਾਂ ਖਬਰ ਚਲਾਉਣੀ। ਅੱਜ ਉਹ ਕਾਮਨਵੈਲਥ ਖੇਡਾਂ ਵਾਲਿਆਂ ਨੂੰ ਜੇ ਸਨਮਾਨਿਤ ਕੀਤਾ ਖਿਡਾਰੀ ਨੂੰ, ਕੀ ਤੁਸੀਂ ਨਹੀਂ ਦਿਖਾਓਗੇ? ਬਿਲਕੁਲ। ਕੀ ਸਰਕਾਰ ਦੇ ਫੈਸਲਿਆਂ ਨੂੰ ਚੈਲੰਜ ਵੀ ਤਾਂ ਕਰ ਰਹੇ ਨਾ ਅਸੀਂ। ਉਹ ਅਸਲ 'ਚ ਤਾਂ ਪੱਤਰਕਾਰੀ ਉਹੀ ਸੀ ਕਿ ਤੁਸੀਂ ਉਹਨਾਂ ਦੀ PR ਨਹੀਂ ਕਰ ਰਹੇ, ਲੇਕਿਨ ਜਿਹੜੀ ਇੰਪੋਰਟੈਂਟ ਚੀਜ਼ਾਂ ਨੇ, CM ਦਾ ਬਿਆਨ ਹੈ ਤੇ ਉਹ ਤੁਹਾਨੂੰ ਦਿਖਾਣਾ ਪਊਗਾ ਨਾ, CM ਦਾ ਬਿਆਨ ਹੈ, ਉਹਦੇ ਕਾਊਂਟਰ ਤੁਸੀਂ ਬਾਕੀ ਸਭ ਕੁਝ ਜੇ ਦਿਖਾ ਰਹੇ ਹੋ ਤਾਂ। ਮੈਂ ਕਈ ਵਾਰੀ ਮੈਨੂੰ ਇਹ ਗਿਲਾ ਰਹਿੰਦਾ ਕਿ ਕਈ ਵਾਰੀ ਨਾ ਜਿਵੇਂ ਲੋਕਾਂ ਦੇ ਧਿਆਨ ਹਿੱਤ ਉਹ ਚੀਜ਼ਾਂ ਜਾਂਦੀਆਂ ਜਿਹਦੇ ਵਿਊਜ਼ ਬਹੁਤ ਜ਼ਿਆਦਾ ਆ ਗਏ। ਇੱਕ ਵੀਰ ਬਹੁਤ ਬੋਲ ਰਿਹਾ ਸੀਗਾ, ਮੈਨੂੰ ਮੈਸੇਜ ਆਇਆ, ਤੁਸੀਂ ਜੀਰੇ ਵਾਲਾ ਐਜੀਟੇਸ਼ਨ ਨਹੀਂ ਕਵਰ ਕੀਤਾ। ਮੈਂ ਉਹਨੂੰ ਲਿੰਕ ਭੇਜੇ ਬਾਅਦ ਸਾਰੇ, ਮੈਂ ਕਿਹਾ ਆ ਕੀ ਹੈ? ਅੱਛਾ ਸੌਰੀ ਮੈਂ ਦੇਖਿਆ ਨਹੀਂ ਸੀ। ਲੇਕਿਨ ਉਸ ਤੋਂ ਪਹਿਲਾਂ ਤੂੰ ਮੈਨੂੰ ਤਾਂ ਡੈਮੇਜ ਕਰ ਰਿਹਾ ਨਾ, ਤੂੰ ਸਾਰੇ ਸੋਸ਼ਲ ਮੀਡੀਆ ਤੇ ਜਾ ਕੇ ਮੇਰੇ ਖਿਲਾਫ ਬੋਲਿਆ, ਫਿਰ ਜਦੋਂ ਤੈਨੂੰ ਅੱਛਾ ਮੈਂ ਦੇਖਿਆ ਨਹੀਂ ਸੀ। ਤੁਸੀਂ ਓਪੀਨੀਅਨ ਬਣਾਉਣ ਤੋਂ ਪਹਿਲਾਂ ਥੋੜਾ ਸੋਚੋ। ਔਰ ਦੂਜੀ ਗੱਲ, ਇੱਕ ਬਹੁਤ ਇੰਪੋਰਟੈਂਟ ਗੱਲ ਕਰ ਰਿਹਾ ਰਾਓ ਜੀ ਅੱਜ ਮੈਂ, ਕਿਉਂਕਿ ਅੱਜ ਗੱਲ ਇਸ ਪੱਤਰਕਾਰੀ ਦੀ ਗੱਲ ਤੋਂ ਚੱਲੀ ਹੈ, ਕੀ ਤੁਸੀਂ ਵਾਕਿਆ ਹੀ ਇੰਡੀਪੈਂਡੈਂਟ ਜਰਨਲਿਜ਼ਮ ਚਾਹੁੰਦੇ ਹੋ ਪੰਜਾਬ ਦੇ ਵਿੱਚ? ਜੇ ਚਾਹੁੰਦੇ ਹੋ ਤਾਂ ਆਪਦੇ ਦਿਲ ਤੇ ਹੱਥ ਰੱਖ ਕੇ ਦੱਸੋ, ਕੀ ਤੁਸੀਂ ਪੇ ਕਰਨ ਲਈ ਤਿਆਰ ਹੋ ਉਹਦੇ ਵਾਸਤੇ? ਸਾਰੇ YouTube Facebook ਚੈਨਲ ਤੁਸੀਂ ਫ੍ਰੀ 'ਚ ਦੇਖ ਰਹੇ ਹੋ ਅੱਜ ਜੀ, ਉੱਥੇ ਥੱਲੇ ਸਬਸਕ੍ਰਿਪਸ਼ਨ ਲਾਈ ਹੈ ਤੇ ਲੋਕ ਲਿਖ ਦੇਣਗੇ ਇਹ ਤਾਂ ਆਨਲਾਈਨ ਮੰਗਤੇ ਹੈ। ਕੀ ਤੁਹਾਨੂੰ ਪਤਾ ਹੈ ਕਿ ਇੱਕ ਅਦਾਰਾ ਚਲਾਉਣ ਵਾਸਤੇ ਕਿੰਨਾ ਪੈਸਾ ਇਨਵੋਲਵਡ ਹੁੰਦਾ, ਕਿੰਨੇ ਲੋਕਾਂ ਦੀ ਤਨਖਾਹ ਦੇਣੀ ਪੈਂਦੀ ਹੈ? ਉਹ ਉੱਤੋਂ ਤਾਂ ਨਹੀਂ ਡਿੱਗ ਪੈਣਾ ਪੈਸਾ, ਉਹ ਐਡਵਰਟਾਈਜ਼ਮੈਂਟ ਦੇ ਜ਼ਰੀਏ ਹੀ ਆਉਣਾ। ਸਰਕਾਰ ਤੋਂ ਐਡਵਰਟਾਈਜ਼ਮੈਂਟ ਲੈਣ ਵਾਸਤੇ ਅੱਜ ਲੋਕ ਵਿਰੋਧ ਚ ਆ ਕੇ ਖੜ ਗਏ ਕਿ ਤੁਸੀਂ ਸਰਕਾਰ ਤੋਂ ਨਹੀਂ ਲੈਣੀ, ਨਹੀਂ ਲੈਂਦੇ ਸਰਕਾਰ ਤੋਂ, 1 ਰੁਪਇਆ ਨਹੀਂ ਲੈਂਦੇ। ਲੇਕਿਨ ਕੀ ਤੁਸੀਂ ਤਿਆਰ ਹੋ ਤੁਸੀਂ ਸਬਸਕ੍ਰਾਈਬ ਕਰਨ ਵਾਸਤੇ? ਉਹ ਵੀ ਇੱਕ ਪੈਸਾ। BBC ਕਿਵੇਂ ਚੱਲਦਾ ਹੈ? BBC ਕਿਵੇਂ ਚੱਲਦਾ ਹੈ, ਇਸ ਗੱਲ ਦੀ ਰਿਸਰਚ ਕਰ ਲੈਣ ਪਹਿਲਾਂ ਲੋਕ। ਪਬਲਿਕ ਫੰਡਿੰਗ ਤੋਂ ਚੱਲਦਾ ਹੈ ਉਹ ਜੀ, ਪਬਲਿਕ ਫੰਡ ਕਰ ਰਹੀ ਹੈ ਉਹਨੂੰ। ਉਹ ਇੰਡੀਪੈਂਡੈਂਟ ਜਰਨਲਿਜ਼ਮ ਤਾਂ ਹੋ ਰਹੀ ਹੈ। ਗੌਰੀ ਲੰਕੇਸ਼ ਮੈਗਜ਼ੀਨ ਕਿਵੇਂ ਕੱਢਦੀ ਸੀ? ਬਿਲਕੁਲ, ਤਾਂ ਹੀ ਇੰਡੀਪੈਂਡੈਂਟ ਜਰਨਲਿਜ਼ਮ ਹੋ ਰਹੀ ਸੀ। ਤੁਸੀਂ ਅੱਜ ਇਹ ਚਾਹੁੰਦੇ ਹੋ ਕਿ ਸਾਨੂੰ ਕੰਟੈਂਟ ਮਿਲੇ, Amazon ਪ੍ਰਾਈਮ ਤੇ ਵੀ ਤਾਂ ਪੇ ਕਰ ਰਹੇ ਹੋ ਜਾ ਕੇ, Netflix ਤੇ ਵੀ ਤਾਂ ਪੇ ਕਰ ਰਹੇ ਹੋ ਤੁਸੀਂ ਜਾ ਕੇ, ਤੁਹਾਨੂੰ ਮੁਫਤ 'ਚ ਕੋਈ ਕੰਟੈਂਟ ਨਹੀਂ ਮਿਲ ਰਿਹਾ ਉੱਥੇ ਜਾ ਕੇ। ਲੇਕਿਨ ਜੇ ਇਹ ਗੱਲ ਕਹੀ ਜਾਵੇ ਅੱਜ ਮੈਂ ਉਹ ਗੱਲ ਕਹਿ ਰਿਹਾ, ਸ਼ਾਇਦ ਪੰਜਾਬ ਦੀ ਇੰਡਸਟਰੀ ਨੇ ਨਹੀਂ ਕਹੀ, ਪਰ ਮੈਂ ਕਹਿ ਰਿਹਾ ਅੱਜ ਇਹ ਗੱਲ
ਕਿ ਕੀ ਪੰਜਾਬ ਦੇ ਲੋਕ, ਪੰਜਾਬ ਦੀ ਆਵਾਮ ਇੰਡੀਪੈਂਡੈਂਟ ਜਰਨਲਿਜ਼ਮ ਨੂੰ ਸਪੋਰਟ ਕਰਦੀ ਹੈ? ਜੇ ਕਰਦੀ ਹੈ ਤਾਂ ਕੀ ਉਹ ਇਹਦੇ ਲਈ ਪੇ ਕਰਨ ਨੂੰ ਤਿਆਰ ਨੇ? ਹੁਣ ਇਹਦੇ ਖਿਲਾਫ ਹੀ ਆ ਕੇ ਜਰਨਲਿਸਟ ਹੀ ਖੜ ਜਾਣਗੇ ਇਸ ਗੱਲ ਦੇ ਕਿ ਦੇਖੋ ਜੀ ਇਹ ਤਾਂ ਪੈਸੇ ਮੰਗ ਰਹੇ। ਪੈਸੇ ਨਹੀਂ ਮੰਗ ਰਹੇ, ਅਖਬਾਰ ਵੀ ਤੁਸੀਂ ਪੈਸੇ ਦੇ ਕੇ ਖਰੀਦਦੇ ਹੋ ਜੀ। ਅਖਬਾਰ 'ਚ ਵੀ ਇਸ਼ਤਿਹਾਰ ਛਪਦਾ ਹੈ। ਬਿਲਕੁਲ। ਅੱਜ ਪਿੱਛੇ ਜੇ ਕੀ ਹੋਇਆ ਕਿ ਇੱਕ RTI ਆਈ, ਹਾਲਾਂਕਿ ਅਸੀਂ, ਮੈਂ ਫਿਰ ਕਲੀਅਰ ਕਰ ਦਿੰਦਾ, ਅਸੀਂ ਨਾ ਕੋਈ, ਜੇ ਕਿਸੇ RTI 'ਚ ਇਹ ਸਬੂਤ ਆ ਜਾਏ ਕਿ ਅਸੀਂ 1 ਰੁਪਇਆ ਵੀ ਕਿਤੋਂ ਲਿਆ ਹੋਵੇ ਤਾਂ ਮੈਂ ਦੇਣਦਾਰ ਹਾਂ ਇਸ ਗੱਲ ਦਾ। ਲੇਕਿਨ ਮੈਂ ਇਸ ਗੱਲ ਦਾ ਹਾਮੀ ਥੋੜ੍ਹੀ ਹਾਂ ਕਿ ਮੈਂ ਅੱਜ ਇਹ ਗੱਲ ਕਹਾਂ। ਸਾਰੀ ਉਮਰ ਜਦੋਂ ਤੋਂ ਇਹ ਅਖਬਾਰਾਂ ਚੱਲੀਆਂ, ਸਰਕਾਰ ਇਸ਼ਤਿਹਾਰ ਦਿੰਦੀ ਸੀ ਤੇ ਅਖਬਾਰ ਸਰਵਾਈਵ ਕਰਦੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ ਨਾ ਰਾਓ ਜੀ। ਬਿਲਕੁਲ। ਔਰ ਬਾਹਰੋਂ ਵੀ ਇਸ਼ਤਿਹਾਰ ਆਉਂਦਾ ਰਿਹਾ। ਬਿਨਾਂ ਇਸ਼ਤਿਹਾਰ ਤੋਂ ਸਰਵਾਈਵਲ ਕਿਵੇਂ ਹੈ? ਕੋਈ ਰੈਵਨਿਊ ਮਾਡਲ ਥੋੜੀ ਹੈ। ਫੇਸਬੁੱਕ ਤੇ YouTube ਤੁਹਾਨੂੰ ਇੰਨੇ ਪੈਸੇ ਥੋੜੀ ਦੇ ਦਿੰਦਾ ਕਿ ਤੁਸੀਂ ਤਨਖਾਹਾਂ ਦੇ ਦਿਓ। ਲੇਕਿਨ ਕੋਈ ਇਹ ਗੱਲ ਸਮਝਣ ਨੂੰ ਤਿਆਰ ਹੈ? ਔਰ ਲੋਕ ਕੀ ਲਿਖਦੇ ਆ ਕਿ ਚੈਨਲ ਖੜੇ ਕਰ ਲਏ, ਐਸਟੈਬਲਿਸ਼ ਕਰ ਲਏ। ਬਿਲਡਿੰਗ ਖੜੀ ਕਰ ਲੈਣ ਦੇ ਨਾਲ ਚੈਨਲ ਨਹੀਂ ਚੱਲਦੇ। ਚੈਨਲ ਚਲਾਉਣ ਵਾਸਤੇ ਖੂਨ ਚਾਹੀਦਾ ਹੈ ਤੁਹਾਨੂੰ ਰੋਜ਼ ਚੈਲੰਜਸ ਨੇ ਤੁਹਾਡੇ ਵਾਸਤੇ। ਔਰ ਮੀਡੀਆ ਹੀ ਮੀਡੀਆ ਦੇ ਖਿਲਾਫ ਹੋਇਆ। ਜਿਹੜੇ ਲੋਕ ਅੱਜ ਐਸਟੈਬਲਿਸ਼ ਹੋ ਰਹੇ ਸੀ ਉਹਨਾਂ ਨੇ ਅਹਿਸਾਸ ਹੀ ਨਹੀਂ ਕੀਤਾ ਕਿ ਅਸੀਂ ਕਿਸ ਗੱਲ ਦਾ ਵਿਰੋਧ ਕਰ ਰਹੇ ਹਾਂ, ਕਿ ਚੈਨਲਾਂ ਨੂੰ ਪੈਸਾ ਦਿੱਤਾ ਗਿਆ, ਅਖਬਾਰਾਂ ਨੂੰ ਵੀ ਦਿੱਤਾ ਗਿਆ ਪੈਸਾ, ਔਰ ਸਾਰੀ ਜ਼ਿੰਦਗੀ ਤੋਂ ਦਿੱਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਤੋਂ ਪਹਿਲਾਂ, ਕਾਂਗਰਸ ਤੋਂ ਪਹਿਲਾਂ, ਅਕਾਲੀ ਦਲ, ਹਮੇਸ਼ਾ ਤੋਂ ਹੀ ਪੈਸਾ ਦਿੱਤਾ ਜਾਂਦਾ ਰਿਹਾ, ਤਾਂ ਹੀ ਉਹਨਾਂ ਦਾ ਸਰਵਾਈਵਲ ਹੋਇਆ। ਅੱਜ ਅਜੀਤ ਵਰਗੇ, ਜਗਬਾਣੀ ਵਰਗੇ ਅਖਬਾਰ ਏਡੇ ਵੱਡੇ ਬਣੇ, ਕੀ ਉਹ ਬਿਨਾਂ ਪੈਸੇ ਤੋਂ ਬਣੇ? ਇਹਦੇ 'ਚ ਗਲਤ ਕੀ ਸੀਗਾ? ਇਹ ਮੈਨੂੰ ਕੀ ਪਹਿਲੀ ਵਾਰੀ ਹੋਇਆ ਕਿ ਪੈਸਾ ਦਿੱਤਾ ਗਿਆ? ਬਕਾਇਦਾ ਅਖਬਾਰਾਂ 'ਚ ਤਾਂ ਬਕਾਇਦਾ ਤੁਸੀਂ ਸਪਲੀਮੈਂਟ ਲੱਗਦੇ ਔਰ ਕੀ ਪਹਿਲੀ ਵਾਰ ਹੋਇਆ ਕਿ ਪੈਸਾ ਦਿੱਤਾ ਗਿਆ? ਮੈਂ ਫਿਰ ਕਹਿ ਰਿਹਾ ਕਿ ਅਸੀਂ ਜੇ 1 ਰੁਪਇਆ ਵੀ ਲਿਆ ਹੋਵੇ ਤਾਂ ਉਹ ਪ੍ਰੂਵ ਕਰਦੇ ਕੋਈ ਵੀ ਬੰਦਾ। ਇੱਕ ਬੰਦੇ ਨੇ ਇਹ ਵੀ ਲਿਖਿਆ ਰਾਓ ਜੀ ਕਿ ਇੱਕ ਮੂਰਖ ਨੇ YouTube ਦੇ ਉੱਤੇ ਬਣਾਇਆ ਤੇ ਫਿਰ ਉਹਨੇ ਲਿਖਿਆ ਕਿ RTIਆਂ ਤਾਂ ਤੁਸੀਂ ਦੇਖੀਆਂ ਹੀ ਆ। RTIਆਂ ਦੇ ਵਿੱਚ ਕੁਝ ਨਹੀਂ ਹੈ ਇਹੋ ਜਿਹਾ। ਗੱਲ ਕੀ ਹੋਈ ਕਿ ਸਿਰਫ ਵਿਰੋਧ ਦੇ ਨਾਂ ਤੇ ਵਿਰੋਧ ਹੋਇਆ। ਮੀਡੀਆ ਹੀ ਮੀਡੀਆ ਦਾ ਵੈਰੀ ਬਣਿਆ। ਮੀਡੀਆ ਦਾ ਇੱਕ ਹਿੱਸਾ ਜਿਹੜਾ ਅਜੇ ਐਸਟੈਬਲਿਸ਼ ਹੋਣ ਦੀ ਦੌੜ ਦੇ ਵਿੱਚ ਸੀਗਾ, ਉਹਨੂੰ ਲੱਗਿਆ ਕਿ ਐਸਟੈਬਲਿਸ਼ਡ ਮੀਡੀਆ ਨੂੰ ਗਾਲਾਂ ਕੱਢ ਕੇ ਜਾਂ ਉਹਨਾਂ ਦੇ ਖਿਲਾਫ ਚੱਲ ਕੇ ਲੋਕਾਂ ਦੀ ਸਿੰਪਥੀ ਗੇਨ ਹੋਊਗੀ। ਲੋਕ ਇਸ ਗੱਲ ਨੂੰ ਨਹੀਂ ਅੰਡਰਸਟੈਂਡ ਕਰ ਰਹੇ ਕਿ ਇੰਡੀਪੈਂਡੈਂਟ ਮੀਡੀਆ ਦਾ ਮਤਲਬ ਕੀ ਹੈ। ਪਰ ਤੁਸੀਂ ਪੱਤਰਕਾਰੀ ਸਮਝਣ ਵਾਲੇ ਲੋਕ ਵੀ ਤਾਂ ਚਾਹੀਦੇ ਨੇ ਨਾ ਮੱਕੜ ਸਾਹਿਬ। ਸਵਾਲ ਨਹੀਂ, ਮੈਂ ਇਸ ਗੱਲ ਤੋਂ ਡਿਸਐਗਰੀ ਕਰਦਾ ਕਿ ਲੋਕ ਸਮਝਣ ਵਾਲੇ ਚਾਹੀਦੇ। ਲੋਕ ਤਾਂ ਲੋਕ ਨੇ। ਮੈਨੂੰ ਚਾਹ ਦੇ ਖੋਖਾ ਲਾਉਣ ਵਾਲਾ ਬੰਦਾ ਵੀ ਸੁਣ ਸਕਦਾ, ਮੈਨੂੰ ਜਿਹੜਾ ਉਹ ਇੱਕ ਅਮੀਰ ਵੀ ਸੁਣ ਸਕਦਾ ਜਿਹੜਾ ਕਿ ਬਹੁਤ ਰਿਚ ਹੈ ਤੇ ਉਹ ਆਪਦੇ ਘਰ 'ਚ ਬੈਠਾ ਹੈ। ਮੈਨੂੰ ਰੇਲ ਗੱਡੀ 'ਚ ਜਾਂਦਾ, ਸਫ਼ਰ ਕਰਦਾ ਵਿਅਕਤੀ ਵੀ ਸੁਣ ਸਕਦਾ, ਮੈਨੂੰ ਖੇਤਾਂ 'ਚ ਬੈਠਾ ਵਿਅਕਤੀ ਵੀ ਸੁਣ ਸਕਦਾ। ਮੈਂ ਨਹੀਂ ਕਹਿ ਰਿਹਾ ਕਿ ਹਰ ਬੰਦਾ ਦੇਵੇ। ਕੀ ਅੱਜ ਤੁਸੀਂ ਇਹ ਆਪਸ਼ਨ ਛੱਡ ਦਿਓ ਕਿ ਅਸੀਂ ਸਬਸਕ੍ਰਿਪਸ਼ਨ ਵੀ ਰੱਖਦੇ ਹਾਂ ਔਰ ਅਸੀਂ ਫ੍ਰੀ ਵੀ ਹਾਂ? ਕਿੰਨੇ ਲੋਕ ਇਮਾਨਦਾਰੀ ਨਾਲ ਸਬਸਕ੍ਰਾਈਬ ਕਰਨਗੇ ਕਿ ਹਾਂ ਮੈਂ ਤੇਰਾ ਕੰਟੈਂਟ ਦੇਖਣਾ ਚਾਹੁੰਦਾ, ਤੂੰ ਮੈਨੂੰ ਇੰਡੀਪੈਂਡੈਂਟ ਜਰਨਲਿਜ਼ਮ ਅਸ਼ੋਰ ਕਰ ਤੇ ਮੈਂ ਤੈਨੂੰ ਇਹ ਇਨਸ਼ੋਰ ਕਰਦਾ ਕਿ ਮੈਂ ਸਬਸਕ੍ਰਾਈਬ ਕਰੂੰਗਾ ਤੈਨੂੰ। ਬਿਲਕੁਲ। ਕਿ ਮੈਂ ਮੈਗਜ਼ੀਨ ਆਉਂਦੀ ਹੈ ਮੁਫਤ 'ਚ ਤਾਂ ਨਹੀਂ ਦੇਖਦੇ ਨਾ ਤੁਸੀਂ, ਤਾਂ ਉਹਦਾ ਸਰਵਾਈਵਲ ਕਿਵੇਂ ਹੈ? ਸਭ ਤੋਂ ਅੱਜ NDTV 'ਚ ਅਦਾਨੀ ਗਰੁੱਪ ਨੇ ਹਿੱਸਾ ਪਾ ਲਿਆ, ਤਾਂ ਕੀ ਇਹਦੇ ਨਾਲ ਰਵੀਸ਼ ਕੁਮਾਰ ਦੀ ਪੱਤਰਕਾਰਤਾ ਬਦਲ ਜੂਗੀ? ਇਸ ਗੱਲ ਦਾ ਜਵਾਬ ਲੋਕ ਦੇਣ। ਤੇ ਫਿਰ ਜੇ ਨਹੀਂ ਬਦਲੂਗੀ ਤਾਂ ਫਿਰ ਸਰਕਾਰ ਤੋਂ ਐਡ ਲੈ ਕੇ ਸਾਡੀ ਜਰਨਲਿਜ਼ਮ ਕਿਵੇਂ ਬਦਲ ਜੂਗੀ? ਮੈਨੂੰ ਇਹ ਦੱਸੋ। ਅਸੀਂ ਵੀ ਤਾਂ ਦ੍ਰਿੜਤਾ ਦੇ ਨਾਲ ਚੱਲ ਰਹੇ ਨਾ। ਤੁਸੀਂ ਇੰਨੇ ਸਾਲਾਂ ਦੇ ਸੰਘਰਸ਼ ਨੂੰ 1 ਮਿੰਟ 'ਚ ਮਿੱਟੀ ਕਰ ਦਿੰਦੇ ਹੋ। ਤੁਸੀਂ ਕਦੇ ਨਹੀਂ ਦੇਖਦੇ ਕਿ ਪਿੱਛੇ ਕੀ ਆ, ਕੀ ਝੱਲਿਆ, ਕਿਵੇਂ ਆਇਆ। ਮੈਂ ਬੜੇ ਵਾਰੀ ਮੈਂ ਗੱਲ ਕਹਿਣਾ, ਕਿਸਾਨ ਅੰਦੋਲਨ 'ਚ ਮੈਂ 8 ਕੇਸ ਝੱਲੇ ਜੀ, NIA ਤੱਕ ਝੱਲੀ, ਝੂਠਾ ਰੇਪ ਕੇਸ ਤੱਕ ਝੱਲਿਆ ਜੀ, ਤੇ ਉਸ ਤੋਂ ਬਾਅਦ ਸਿਲਾ ਇਹ ਮਿਲਿਆ ਕਿ ਅੱਜ ਤੁਸੀਂ ਇਹ ਗੱਲ ਕਹੋ ਕਿ ਇਹ ਵਿਕਾਊ ਨੇ। ਤੁਹਾਨੂੰ ਇਹ ਹੱਕ ਕੌਣ ਦੇ ਰਿਹਾ? ਤੁਸੀਂ ਤੈਅ ਕਿਵੇਂ ਕਰ ਲੈਂਦੇ ਹੋ ਆਪਣੇ ਘਰ 'ਚ ਬੈਠੇ ਬਿਠਾਏ? ਜਿਹੜਾ ਉਹ ਏਜੰਡਾ ਹੈ ਜਿਹਦੇ ਪਿੱਛੇ ਤੁਸੀਂ ਫਾਲ ਕਰਕੇ ਕੰਮ ਕਰ ਰਹੇ ਹੋ, ਤੁਸੀਂ ਇਹ ਸਭ। ਇੱਕ ਸ਼ਖਸ ਨੇ ਇਮਾਨਦਾਰੀ ਦਾ ਬੜਾ ਰੌਲਾ ਪਾਉਂਦੇ, ਅੱਜ ਕੱਲ ਬੜੀਆਂ ਇੰਟਰਵਿਊ ਉਹਨਾਂ ਦੀਆਂ ਚੱਲ ਰਹੀਆਂ, ਤੇ ਮੈਂ ਤਾਂ ਜਾਣਦਾ ਉਸ ਬੰਦੇ ਨੂੰ ਬੜਾ ਨੇੜਿਓਂ। ਕਦੇ ਨਕਲੀ ਨੋਟ ਛਾਪਣ ਦਾ ਪਰਚਾ ਦਰਜ ਹੋਇਆ ਉਸ ਬੰਦੇ ਤੇ, ਵਿਦੇਸ਼ ਭੱਜ ਗਿਆ, ਨੌਕਰੀ ਗਵਾਉਣੀ ਪਈ। ਆਮ ਸਧਾਰਨ ਘਰ ਦੇ ਨੇ 50-100 ਕਰੋੜ ਦੀ ਪ੍ਰਾਪਰਟੀ ਬਣਾ ਲਈ, ਤੇ ਅੱਜ ਉਹ ਝੰਡਾ ਚੱਕੀ ਫਿਰਦਾ ਕਿ ਪੰਜਾਬ ਨੂੰ ਕਰਪਸ਼ਨ ਮੁਕਤ ਕਰ ਦੇਣਾ ਚਾਹੀਦਾ। ਤੇ ਹਰ ਬੰਦਾ ਜਾ ਕੇ, ਜਿਹੜੇ ਨਵੇਂ ਵੀਰ ਆ ਰਹੇ ਉਹ ਬਿਨਾਂ ਐਨਾਲਿਸਿਸ ਤੋਂ ਇੰਟਰਵਿਊਆਂ ਦੇ ਵਿੱਚ ਉਹ ਕੁਝ ਵੀ ਬੋਲ ਦਿੰਦਾ ਜਾ ਕੇ, ਕਿਉਂਕਿ ਵਿਊ ਬੜਾ ਡਿੱਗ ਰਿਹਾ।
ਤੱਤਾ ਬੋਲਦਾ, ਬੰਦੇ ਬਹਿ ਜਾਂਦੇ ਲਾਈਵ 'ਚ, ਵਿਊ ਡਿੱਗ ਰਿਹਾ, ਔਰ ਉਹ ਕੁਛ ਵੀ ਬੋਲੀ ਜਾ ਰਿਹਾ, ਫਿਰ ਉਹ ਮੀਡੀਆ ਦੇ ਹਿੱਸੇ ਵੱਲ ਆ ਰਿਹਾ, ਫਿਰ ਜਿਹੜੇ ਐਸਟੈਬਲਿਸ਼ਡ ਮੀਡੀਆ ਉਹਨਾਂ ਨੂੰ ਗਾਲਾਂ ਕੱਢ ਦਿੰਦਾ, ਲੋਕ ਤਾੜੀਆਂ ਮਾਰੀ ਜਾਂਦੇ, ਵਾਹ ਵਾਹ ਵਾਹ, ਬਹੁਤ ਵਧੀਆ ਹੋ ਗਿਆ ਜੀ, ਖੁਸ਼ੀ ਹੋ ਗਈ ਇਸ ਗੱਲ ਦੀ। ਮੈਂ ਉਹੀ ਗੱਲ ਕਹਿ ਰਿਹਾ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਇਨਵੈਸਟੀਗੇਟਿਵ ਜਰਨਲਿਜ਼ਮ ਕਿੰਨੀ, ਜਿਸ ਖਬਰ 'ਚ ਗਾਲਾਂ ਨੇ, ਤੁਸੀਂ ਕੋਈ ਗਾਲਾਂ ਦਿਖਾ ਰਿਹਾ, ਲੋਕ ਉਹਨੂੰ ਦੇਖਦੇ। ਮੈਂ ਉਹੀ ਗੱਲ ਕਹਿ ਰਿਹਾ ਕਿ ਮੈਨੂੰ ਇਹ ਦੱਸੋ ਕਿ ਇੱਕ ਘਰ ਦੇ ਬਾਹਰ ਖੜੇ ਹੋ ਕੇ, ਇੱਕ ਸੜਕ ਤੇ ਖੜੇ ਹੋ ਕੇ ਉੱਚੀ ਉੱਚੀ ਉਹ ਕੈਪਟਨਾ, ਉਹ ਭਗਵੰਤਾ, ਇਹ ਕਹਿ ਦੇਣਾ ਜੇ ਜਰਨਲਿਜ਼ਮ ਹੈ, ਤੇ ਮੈਂ ਮਾਫੀ ਚਾਹੁੰਦਾ, ਮੈਂ ਨਹੀਂ ਕਰ ਸਕਦਾ ਇਹੋ ਜਿਹਾ ਕੁਛ, ਮੈਂ ਮਾਫੀ ਚਾਹੁੰਦਾ ਜੀ। ਤੁਸੀਂ ਇਹ ਦੱਸੋ, ਤੁਹਾਡਾ ਕੰਟਰੀਬਿਊਸ਼ਨ ਦਾ ਮਤਲਬ ਇਹ ਨਹੀਂ ਹੁੰਦਾ। ਕੱਲ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਲੱਗਿਆ ਸੀ, ਅਸੀਂ ਕਵਰ ਵੀ ਕਰ ਰਹੇ ਸੀ, ਕੁਝ ਬੰਦਿਆਂ ਦੇ ਮੈਸੇਜ ਆਏ ਕਿ ਵੀਰੇ ਤੂੰ ਜ਼ਰੂਰ ਆ, ਮੈਨੂੰ ਲੱਗਿਆ ਮੈਂ ਗਿਆ ਜੀ। ਇਨ ਦਾ ਮੀਨਵਾਈਲ ਉਧਰੋਂ ਸਰਕਾਰ ਨਾਲ ਹੋ ਗਿਆ, ਮੈਨੂੰ ਖੁਸ਼ੀ ਹੋਈ। ਕਿਸਾਨ ਇੱਕ ਆਗੂ ਨੇ, ਕਾਦੀਆਂ ਸਾਹਿਬ, ਉਹਨਾਂ ਦਾ ਰਾਤੀ ਮੈਸੇਜ ਵੀ ਆਇਆ ਕਿ ਤੁਸੀਂ ਆਏ ਕਵਰੇਜ ਲਈ। ਇਹ ਸੁਹਿਰਦਤਾ ਹੈ। ਮੇਰੇ ਯਾਦ ਹੈ ਕਈ ਵਾਰੀ ਇਹ ਚਰਚਾ ਹੁੰਦੀ ਹੈ, ਅਸੀਂ ਉਸ ਵੇਲਿਆਂ ਤੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਹਮੀਰ ਸਿੰਘ ਹੋਣਾ ਨੇ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਕਦੋਂ ਪਹਿਲਾਂ ਪੰਜਾਬੀ ਟ੍ਰਿਬਿਊਨ 'ਚ ਲੇਖ ਲਿਖਣੇ ਸ਼ੁਰੂ ਕੀਤੇ ਸੀ ਕਿ ਇਸ ਤਰ੍ਹਾਂ ਦਾ ਹਾਲਾਤ। ਇਹ ਜਰਨਲਿਜ਼ਮ ਹੈ। ਚਰਨਜੀਤ ਭੁੱਲਰ ਜੋ ਕਰ ਰਿਹਾ ਉਹ ਪੱਤਰਕਾਰੀ ਹੈ। ਅੱਜ ਤੁਸੀਂ ਕਿੰਨੇ ਨਾਮ ਨੇ ਪੰਜਾਬ ਦੇ ਲੋਕਾਂ ਨੂੰ, ਚੰਗੇ ਪੱਤਰਕਾਰਾਂ ਦੇ, ਜਿਹੜੇ ਯਾਦ ਨੇ, ਦੱਸੋ ਤੁਸੀਂ, ਜਿਹੜੇ ਪ੍ਰਿੰਟ ਲਈ ਬਹੁਤ ਕਮਾਲ ਕੰਮ ਕਰ ਰਹੇ। ਕਿੰਨਿਆਂ ਨੂੰ ਪਤਾ ਹੈ ਕਿ ਜਿਹੜੇ ਇੰਗਲਿਸ਼ ਪੜ੍ਹਦੇ ਆ ਉਹਨਾਂ ਨੂੰ ਪਤਾ ਹੋਊਗਾ ਜੁਪਿੰਦਰ ਸਿੰਘ ਕੌਣ ਹੈਗਾ, ਚਿਤਲੀਨ ਸੇਠੀ ਕੀ ਕਰ ਰਹੀ ਹੈ, ਉਹ ਕੌਣ ਹੈ, ਰੁਚਿਕਾ ਕੌਣ ਹੈ, ਕਿੰਨੇ ਨਾਮ ਨੇ ਤੁਸੀਂ ਦੇਖੋ, ਨਹੀਂ ਪਤਾ। ਤੁਸੀਂ ਪੰਜਾਬੀ ਦੇ ਅਖਬਾਰਾਂ ਦੇ ਐਡੀਟਰਸ ਨੂੰ ਨਹੀਂ ਜਾਣਦੇ, ਤੇ ਫਿਰ ਤੁਸੀਂ ਸਾਰਾ ਦਿਨ, ਜਦੋਂ ਤੁਸੀਂ ਸਵਰਾਜ ਵੀਰ ਨੂੰ ਨਹੀਂ ਪੜ੍ਹ ਰਹੇ, ਤੁਸੀਂ ਕਿੰਨੇ ਐਡੀਟਰਸ ਨੂੰ ਤੁਸੀਂ ਪੜ੍ਹਦੇ ਹੋ, ਕਿੰਨੇ ਮਿਡਲਸ ਤੁਸੀਂ ਪੜ੍ਹ ਰਹੇ ਹੋ। ਜਦੋਂ ਜਿਹੜੀ ਆਵਾਮ ਇਸ ਤਰੀਕੇ ਦੇ ਨਾਲ ਰਿਐਕਟ ਕਰਨ ਲੱਗ ਜਾਂਦੀ ਹੈ ਕਿ ਤੁਸੀਂ ਸਿਰਫ ਇਸ਼ੂ ਦੇ ਉੱਤੇ ਆ ਕੇ ਜਾਂ ਗਾਲ ਕੱਢਣੀ ਹੈ ਜਾਂ ਤੁਸੀਂ ਹੱਕ 'ਚ ਲਾਲਾ ਕਰ ਦੇਣੀ ਹੈ ਜੀ, ਨਾ ਤਾਂ ਮੀਡੀਆ ਦਾ ਭਲਾ ਹੋ ਰਿਹਾ ਤੇ ਨਾ ਆਵਾਮ ਦਾ ਭਲਾ ਹੋ ਰਿਹਾ ਉਹਦੇ ਵਿੱਚ। ਇਹ ਸਾਡੇ ਇਸ਼ੂਜ਼ ਹੀ ਨਹੀਂ ਹੈ। ਇੰਦਰਜੀਤ ਨਿੱਕੂ ਦਾ ਜ਼ਿਕਰ ਹੋਇਆ, ਮੈਂ ਵੀ ਗੱਲ ਕੀਤੀ ਉਹਦੀ, ਪਰ ਇੰਦਰਜੀਤ ਨਿੱਕੂ ਇਸ਼ੂਜ਼ 'ਚੋਂ ਇੱਕ ਛੋਟਾ ਇਸ਼ੂ ਸੀਗਾ ਜਿਹਨੂੰ ਪੂਰੀ ਸਮੁੱਚਤਾ 'ਚ ਦੇਖੇ ਜਾਣ ਦੀ ਲੋੜ ਹੈ। ਇਸ ਇਸ਼ੂ ਨੂੰ ਵੱਡਾ ਹੋ ਕੇ ਦੇਖੇ ਜਾਣ ਦੀ ਲੋੜ ਸੀ। ਕਿੰਨੇ ਸਾਡੇ ਜਿਹੜੇ ਸੁਪਰਸਟਾਰ ਸੀ ਉਹ ਇਸ ਤਰੀਕੇ ਨਾਲ ਖਤਮ ਹੋ ਗਏ। ਮਾਨਕ ਸਾਹਿਬ ਤੋਂ ਲੈ ਕੇ ਇਦੂ ਸ਼ਰੀਫ ਸਾਹਿਬ ਤੱਕ ਕਿੱਡੇ ਵੱਡੇ ਨਾਂ ਸੀ। ਹਾਕਮ ਸੂਫੀ ਸਾਹਿਬ, ਧਰਮਪ੍ਰੀਤ ਨੇ ਖੁਦਕੁਸ਼ੀ ਕੀਤੀ। ਲੇਕਿਨ ਇਹ ਇਸ਼ੂ ਉਸ ਤਰੀਕੇ ਨਾਲ ਐਡਰੈਸ ਹੋਣ ਦੀ ਬਜਾਏ ਇਹ ਹੋਰ ਹੀ ਪਾਸੇ ਚਲਾ ਗਿਆ, ਹੋਰ ਹੀ ਗੱਲ ਨਿਕਲ ਗਈ। ਸੁਹਿਰਦਤਾ ਦਿਖਾਉਣੀ ਪਊਗੀ। ਸਾਡੀ ਜ਼ਿੰਮੇਵਾਰੀ ਸਾਨੂੰ ਪਤਾ ਹੈ, ਪਰ ਤੁਸੀਂ ਜੇ ਸਾਥ ਨਹੀਂ ਦਿਓਗੇ, ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਨੂੰ ਸਪੋਰਟ ਕਰਨ ਦੀ ਬਜਾਏ ਕਿਸੇ ਇਸ਼ੂ ਤੇ ਹੋ ਕੇ, ਜਿਸ ਪੱਖ ਦੇ ਤੁਸੀਂ ਹੋ, ਜੋ ਤੁਹਾਡਾ ਵਿਜ਼ਨ ਹੈ, ਜੋ ਥਾਟ ਹੈ, ਤੁਸੀਂ ਉਸ ਤਰੀਕੇ ਨਾਲ ਚਾਹੋਗੇ ਕਿ ਅਸੀਂ ਚੱਲੀਏ, ਅਸੀਂ ਨਹੀਂ ਚੱਲਾਂਗੇ। ਜੇ ਮਾਨ ਸਾਹਿਬ ਵਾਲੇ ਇਸ਼ੂ ਦੇ, ਹੁਣ ਤੁਸੀਂ ਇਹ ਦੇਖੋ ਕਿ ਸਿਮਰਨਜੀਤ ਮਾਨ ਇੱਕ ਪੋਲੀਟੀਸ਼ੀਅਨ ਨੇ, ਤੇ ਸਿਮਰਨਜੀਤ ਮਾਨ ਨੂੰ ਵੀ ਤਾਂ ਸਵਾਲ ਹੋਊਗਾ ਨਾ ਕਿਸੇ ਗੱਲ ਤੇ, ਪਰ ਇੱਕ ਵੱਡਾ ਤਬਕਾ ਹੈ ਕਿ ਉਹ, ਜੇ ਤੁਸੀਂ ਉਹਨਾਂ ਨੂੰ ਸਵਾਲ ਕਰ ਲਓ ਤੇ ਉਹ ਤਾਂ ਗਾਲਾਂ ਦੀ ਨੇਰੀ ਲਿਆ ਦਿੰਦਾ ਤੁਹਾਨੂੰ ਕਿ ਹਾਊ ਡੇ ਯੂ, ਤੂੰ ਸਵਾਲ ਕਿਵੇਂ ਕਰ ਲਿਆ। ਤਾਂ ਫਿਰ ਜਰਨਲਿਜ਼ਮ ਕਿੱਥੇ ਰਹਿ ਗਈ? ਫਿਰ ਤਾਂ ਮੈਂ ਐਕਟਿਵਿਸਟ ਹੋ ਜਾ, ਮੈਂ ਪੰਥਕ ਐਕਟਿਵਿਸਟ ਹੋ ਜਾ। ਇਸੇ ਤਰ੍ਹਾਂ ਇੱਕ ਕਾਮਰੇਡ ਗਰੁੱਪ ਹੈ ਪੂਰਾ ਵੱਡਾ, ਉਹ ਵੀ ਇਸੇ ਤਰ੍ਹਾਂ ਰਿਐਕਟ ਕਰਦਾ ਹੈ। ਮੈਂ ਹੈਰਾਨ ਹਾਂ ਇਸ ਲੜਾਈ ਦੇ ਵਿੱਚ, ਇਸ ਪੱਧਰ 'ਚ ਅੰਦੋਲਨ ਤੋਂ ਬਾਅਦ ਕਿੱਥੋਂ ਤੱਕ ਤੁਸੀਂ ਲੈ ਗਏ ਗੱਲਾਂ ਨੂੰ। ਸੋ 9 ਬੰਦਿਆਂ ਤੇ ਪਰਚੇ ਦਾ ਗੱਲ ਇਹ ਨਹੀਂ ਸੀ ਕਿ ਅਸੀਂ ਉਸ ਖਬਰ ਦੇ ਉੱਤੇ ਆਉਣਾ, ਗੱਲ ਇਹ ਸੀ ਕਿ ਅਸੀਂ ਚਾਹੁੰਦੇ ਕੀ ਹਾਂ। ਗਰਾਊਂਡ ਤੇ ਵੀ ਤੁਹਾਨੂੰ ਛੋਟੇ ਸ਼ਹਿਰਾਂ 'ਚ ਵੀ ਕਮਾਲ ਦੇ ਜਰਨਲਿਸਟ ਮਿਲਣਗੇ, ਬੜੇ ਕਮਾਲ ਦੇ ਪੱਤਰਕਾਰ ਮਿਲਣਗੇ ਤੁਹਾਨੂੰ। ਤੁਸੀਂ ਦੇਖੋ ਕਿ ਰਾਮ ਰਹੀਮ ਨੂੰ ਜੇ ਅੱਜ ਸਜ਼ਾ ਹੋਈ ਜੀ, ਤੇ ਅੱਜ ਇਸ ਕਰਕੇ ਹੋਈ ਕਿ ਇੱਕ ਐਸਾ ਪੱਤਰਕਾਰ ਜੋ ਸਰਸੇ ਸ਼ਹਿਰ ਦੇ ਵਿੱਚ ਬੈਠ ਕੇ ਆਪਰੇਟ ਕਰ ਰਿਹਾ, ਛਤਰਪਤੀ ਨਹੀਂ, ਬਿਲਕੁਲ ਛਤਰਪਤੀ ਸਾਹਿਬ ਕੋਈ ਅੱਜ ਤੱਕ ਤੇ ਥੋੜੀ ਆਉਂਦੇ ਸੀ, ਬਿਲਕੁਲ। ਤੇ ਤੁਸੀਂ ਇਹ ਦੇਖੋ ਕਿ ਕਲਮ ਦਾ ਇੰਪੈਕਟ ਕਿੱਥੇ ਹੈ। ਇਸ ਗੱਲ, ਉਹ ਖਬਰ ਤੇ ਕਿੱਡਾ ਵੱਡਾ ਸਮਰਾਜ ਹਿਲਾ ਦਿੱਤਾ, ਸਭ ਕੁਝ ਉਹਦਾ, ਉਸ ਰੇਪਿਸਟ ਨੂੰ ਐਕਸਪੋਜ਼ ਕੀਤਾ, ਉਸ ਕਾਤਲ ਨੂੰ ਐਕਸਪੋਜ਼ ਕੀਤਾ, ਤੇ ਅੱਜ ਉਹ ਜੇਲ੍ਹ 'ਚ ਬੈਠਾ ਹੈ। ਕਦੇ ਰਾਮ ਰਹੀਮ ਨੇ ਪਿੱਛ ਨਹੀਂ ਜਾਣਿਆ ਹੋਣਾ ਛਤਰਪਤੀ ਸਾਹਿਬ ਨੂੰ, ਬਿਲਕੁਲ। ਉਹ ਆਪਦੇ ਹੰਕਾਰ 'ਚ ਬੈਠ ਕੇ ਸੋਚਦਾ ਹੋਣਾ ਇਹੋ ਜਿਹਾ ਤਾਂ ਮੈਂ ਮਸਲ ਕੇ ਰੱਖ ਦੂੰਗਾ ਪੱਤਰਕਾਰ। ਕਲਮ ਦੀ ਤਾਕਤ ਨੂੰ ਪਛਾਣੋ ਤੁਸੀਂ ਕਿੱਡੀ ਵੱਡੀ ਹੈ। ਸਰਸੇ ਸ਼ਹਿਰ ਦੇ ਵਿੱਚ ਬੈਠ ਕੇ ਇੱਕ ਅਖਬਾਰ, ਜਿਹੜਾ ਕਿ ਸ਼ਾਇਦ ਸਰਸੇ ਦੇ ਲੋਕ ਵੀ ਪੂਰਾ ਨਾ ਪੜ੍ਹਦੇ ਹੋਣਗੇ, ਉਸ ਸੱਚ ਦੀ ਆਵਾਜ਼ ਸੁਪਰੀਮ ਕੋਰਟ ਆਫ ਇੰਡੀਆ ਤੱਕ ਕਾਪੀਆਂ ਵੱਜੂਗੀ। ਬਿਲਕੁਲ, ਇਹ ਬਹੁਤ ਕੁਝ ਕਰ ਰਿਹਾ। ਜੇ ਤਾਂ CBI ਕੋਰਟ ਨੇ ਦਿੱਤਾ, ਹਾਈ ਕੋਰਟ 'ਚ ਮੈਟਰ ਗਿਆ, ਪਰ ਉਹ ਸਦਾ ਸੂਰਜ ਜਗਦਾ ਰਹੂਗਾ।
ਛਤਰਪਤੀ ਛਤਰਪਤੀ ਰਹੂਗਾ। ਬਿਲਕੁਲ। ਕਿੰਨੇ ਪੱਤਰਕਾਰ ਨੇ ਜਿਨ੍ਹਾਂ ਨੇ ਸੋਚਿਆ ਹੋਣਾ ਕਿ ਯਾਰ ਮੈਂ ਛਤਰਪਤੀ ਵਰਗਾ ਬਣਾ। ਅੰਦੋਲਨ 'ਚ ਕਿੰਨੇ ਜਰਨਲਿਸਟ ਉੱਠੇ ਜਿਨ੍ਹਾਂ ਤੋਂ ਸਾਨੂੰ ਮਾਣ ਹੁੰਦਾ ਹੈ ਕਿ ਇਹ ਪੱਤਰਕਾਰ ਨੇ, ਜਿਨ੍ਹਾਂ ਦਾ ਨਾਮ ਸ਼ਾਇਦ ਤੁਸੀਂ ਮਨਦੀਪ ਨੂੰ ਪਹਿਲਾਂ ਕਿੰਨੇ ਕੁ ਲੋਕ ਜਾਣਦੇ ਸੀ, ਅੱਜ ਤੁਸੀਂ ਜਾਣਦੇ ਹੋ ਨਾ। ਐਗਜ਼ੈਂਪਲਰੀ ਜਰਨਲਿਜ਼ਮ ਕੀਤੀ ਉਸ ਮੁੰਡੇ ਨੇ। ਇਹੀ ਹੈ ਅੱਜ ਔਨ ਏਅਰ ਵੀ ਔਨ ਏਅਰ ਹੈ ਤਾਂ ਕਿਸਾਨ ਅੰਦੋਲਨ ਕਰਕੇ ਹੈ, ਕਿਸਾਨ ਅੰਦੋਲਨ ਦੀ ਪੱਤਰਕਾਰੀ ਕਰਕੇ ਔਨ ਏਅਰ ਬਣਿਆ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ, ਆਪਾਂ ਕਦੇ ਮੁੱਕਰੇ ਵੀ ਨਹੀਂ ਹੈਗੇ। ਸੋ ਇਸ ਕਰਕੇ ਸਾਨੂੰ ਵੀ ਆਪਣਾ ਮੂਲ ਪਛਾਣਨਾ ਪਊਗਾ। ਕ੍ਰਿਟਿਸਿਜ਼ਮ ਨੂੰ ਅਸੀਂ ਕ੍ਰਿਟਿਸਿਜ਼ਮ ਦੇ ਤੌਰ ਤੇ ਲਈਏ। ਪੰਜਾਬ ਦਾ ਮੀਡੀਆ, ਮੈਂ ਇੱਕ ਦਿਨ ਅੱਗੇ ਇੱਕ ਐਪੀਸੋਡ 'ਚ ਕਿਹਾ ਸੀ ਕਿ ਇਵੋਲਵ ਹੋ ਰਿਹਾ। ਬਹੁਤ ਛੋਟੇ ਆ ਜੀ, ਬੱਚੇ ਆ, ਸਾਨੂੰ ਬਹੁਤੇ ਸਾਲ ਨਹੀਂ ਹੋਏ। ਸਾਡੇ ਕੋਲੇ ਬਹੁਤ ਵੈਟਰਨਸ ਨਹੀਂ ਬੈਠੇ ਜਿਹੜੇ ਡਿਜੀਟਲ ਮੀਡੀਆ ਨੂੰ ਸਮਝਦੇ ਹੁਣ। ਨਵਾਂ ਮੀਡੀਆ ਹੈ, ਪਰ ਸਿਰਫ ਜੇ ਤੁਸੀਂ ਲਾਲਾ ਕਰਨ ਵਾਲੀ ਜਰਨਲਿਜ਼ਮ ਚਾਹੁੰਦੇ ਹੋ। ਔਰ ਦੂਜੀ ਗੱਲ ਇਹ ਵੀ ਹੈ ਕਿ ਮੈਂ ਇਹ ਮਹਿਸੂਸ ਕਰ ਰਿਹਾ ਕਿ ਅੱਜ ਰਾਜੂ ਵਿਲੀਅਮ ਜੀ ਇੱਕ ਬੜੇ ਵੱਡੇ ਪੱਤਰਕਾਰ ਨੇ, ਮੈਨੂੰ ਦੱਸ ਰਹੇ ਸੀਗੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਵਿਊ ਦੀ ਜਰਨਲਿਜ਼ਮ ਇੰਪੈਕਟ ਦੀ ਜਰਨਲਿਜ਼ਮ ਹੈ? ਨਹੀਂ ਹੈ। ਭਾਵੇਂ 5000 ਵਿਊ ਹੋਵੇ, ਲੇਕਿਨ ਤੁਹਾਡੀ ਇੰਪੈਕਟ ਨਿਊਜ਼ ਉਹ ਇੰਪੈਕਟ ਬਣੂਗੀ, ਕ੍ਰੈਡੀਬਿਲਿਟੀ ਵਧਾਊਗੀ। ਐਗਜ਼ਾਮਪਲ ਬੜੀ ਵਧੀਆ ਦਿੱਤੀ, ਅਕਾਲੀ ਦਲ ਹਾਰਿਆ ਬੁਰੀ ਤਰ੍ਹਾਂ, PTC ਸੁਖਬੀਰ ਬਾਦਲ ਮੰਨਦੇ ਨੇ ਮੇਰਾ ਆਪਣਾ ਹੈ, ਤੇ ਤੁਸੀਂ ਇਹ ਦੇਖੋ ਕਿ ਆਪਣਾ ਚੈਨਲ ਹੋ ਕੇ ਵਿਊਅਰਸ਼ਿਪ ਕਿੰਨੀ ਹੈ। PTC ਤੋਂ ਵੱਡੀ ਵਿਊਅਰਸ਼ਿਪ ਨਹੀਂ ਕਿਸੇ ਦੀ ਹੋ ਸਕਦੀ, ਅੱਜ ਵੀ ਹੈ ਜੀ, ਇਸ ਦੌਰ 'ਚ ਵੀ ਹੈ। ਤੇ ਜੇ ਕੱਲੀ ਵਿਊਅਰਸ਼ਿਪ ਨੈਰੇਟਿਵ ਬਿਲਡ ਕਰ ਸਕਦੀ ਹੁੰਦੀ ਤੇ ਫਿਰ ਕਦੇ ਅਕਾਲੀ ਦਲ ਹਾਰ ਹੀ ਨਹੀਂ ਸੀ ਸਕਦੇ। ਬੜੀ ਕਮਾਲ ਦੀ ਐਗਜ਼ਾਮਪਲ ਪੇਸ਼ ਕੀਤੀ। ਜੇ ਤੁਸੀਂ ਅੱਜ ਇਹ ਸੋਚ ਰਹੇ ਹੋ ਵੀ ਸਾਡੇ 3 ਮਿਲੀਅਨ 4 ਮਿਲੀਅਨ ਫਾਲੋਅਰ ਨੇ, ਸਾਡੀਆਂ ਖਬਰਾਂ ਰੋਜ਼ ਦੀਆਂ ਮਿਲੀਅਨਾਂ ਦੇ ਵਿੱਚ ਵੱਜ ਰਹੀਆਂ, ਤੇ ਤੁਸੀਂ ਇੰਪੈਕਟ ਜਰਨਲਿਜ਼ਮ ਕਰ ਰਹੇ ਹੋ, ਆਈ ਐਮ ਸੌਰੀ ਟੂ ਸੇ ਤੁਸੀਂ ਨਹੀਂ ਕਰ ਰਹੇ। ਅੱਜ ਸਕਰੋਲ ਦਾ, ਪ੍ਰਿੰਟ ਦਾ, ਅੱਜ ਇਹਨਾਂ ਚੈਨਲ ਸੱਤਿਆ ਹਿੰਦੀ ਆਸ਼ੂਤੋਸ਼ ਚਲਾਉਂਦੇ ਆ, ਉਹਨਾਂ ਦੇ ਹਜ਼ਾਰਾਂ ਮਿਲੀਅਨ ਫਾਲੋਅਰਸ ਨਹੀਂ ਹੈ, ਪਰ ਦੇ ਆਰ ਮੇਕਿੰਗ ਇੰਪੈਕਟ ਇਨ ਦਿਸ ਕੰਟਰੀ। ਉਹ ਇੰਪੈਕਟ ਜਰਨਲਿਜ਼ਮ ਕਰ ਰਹੇ ਹੈ। ਸ਼ੇਖਰ ਗੁਪਤਾ ਇੰਪੈਕਟ ਜਰਨਲਿਜ਼ਮ ਕਰ ਰਹੇ ਬਹੁਤ ਸਾਰੇ, ਅਜੀਤ ਅੰਜੁਮ, ਸਾਕਸ਼ੀ ਜੋਸ਼ੀ, ਅਭਿਸ਼ਾਰ ਉਹ ਨਹੀਂ ਕਰ ਰਹੇ ਨੇ। ਰਵੀਸ਼ ਕੁਮਾਰ ਦੇ ਬਾਕੀਆਂ ਦੇ ਮੁਕਾਬਲੇ ਵਿਊਜ਼ ਘੱਟ ਹੁੰਦੇ ਆ, ਲੇਕਿਨ ਉਹ ਇੰਪੈਕਟ ਜਰਨਲਿਜ਼ਮ ਕਰ ਰਿਹਾ। ਸੋ ਇਸ ਕਰਕੇ ਇਹਨੂੰ ਬਚਾਓ, ਲੋਕ ਵੀ ਸਾਥ ਦੇਣ, ਔਰ ਤੁਸੀਂ ਇੰਡੀਪੈਂਡੈਂਟ ਮੀਡੀਆ ਲਈ ਆਪਣੀ ਜੇਬ ਚੋਂ ਖਰਚਣਾ ਸ਼ੁਰੂ ਕਰੋ। ਸੈਂਟਰ ਕਹਿ ਰਿਹਾ ਸੀ ਕਿ ਜ਼ਿਆਦਾਤਰ ਜਿਸ ਤਰੀਕੇ ਦੇ ਨਾਲ YouTube ਚੈਨਲ, ਜੇ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਤੇ, ਕੀ ਰੈਗੂਲੇਟ, ਤਾਂ ਫਿਰ ਇਟ ਮੀਨਸ ਕਿ ਸੈਂਟਰ ਠੀਕ ਕਰ ਰਿਹਾ ਉਹ ਰੈਗੂਲੇਟ ਜੇਕਰ ਹੋ ਜਾਵੇ ਤਾਂ ਜਿਹੜੇ ਚੰਗੇ ਨੇ। ਕਿਉਂਕਿ ਨਹੀਂ, ਦੇਖੋ ਦੋ ਚੀਜ਼ਾਂ ਨੇ, ਮੈਂ ਇਹਦੇ 'ਚ ਰੈਗੂਲੇਸ਼ਨ ਨਹੀਂ ਚਾਹੁੰਦਾ। ਪਹਿਲੀ ਗੱਲ ਤਾਂ ਯੂਟਿਊਬਰਸ ਤੇ ਮੀਡੀਆ 'ਚ ਡਿਫਰੈਂਸ ਹੋ ਜਾਣਾ ਚਾਹੀਦਾ। ਇਹ ਤਾਂ ਤੈਅ ਹੋਣਾ ਚਾਹੀਦਾ ਹੈ ਕਿ ਇਹ ਯੂਟਿਊਬਰਸ ਨੇ ਔਰ ਇਹ ਮੀਡੀਆ ਹੈ। ਇਹ ਤੈਅ ਨਹੀਂ ਹੋ ਰਿਹਾ, ਉਹ ਮਿਕਸ ਹੋ ਗਏ ਆ ਹੁਣ। ਔਰ ਦੂਜੀ ਗੱਲ ਹੈ ਕਿ ਹਾਂ, ਇਸ 'ਚ ਮੈਂ ਇਸ ਗੱਲ ਦਾ ਹਾਮੀ ਹਾਂ ਕਿ ਇਸ ਫਰੀਡਮ ਦੇ ਵਿੱਚ ਜੇ ਹੁਣ ਤੱਕ ਪੂਰੀ ਦੁਨੀਆ ਦੇ ਪੱਧਰ ਤੇ ਅਖਬਾਰਾਂ ਜਾਂ ਨਿਊਜ਼ ਚੈਨਲ ਜਾਂ ਮੈਗਜ਼ੀਨਸ ਲਈ ਲਾਇਸੈਂਸਿੰਗ ਸੀਗੀ, ਤਾਂ ਫਿਰ ਇਹਦੇ 'ਚ ਵੀ ਮੈਂ ਹਾਮੀ ਭਰਦਾ, ਲਾਇਸੈਂਸਿੰਗ ਹੋਵੇ, ਲੇਕਿਨ ਇਹ ਨਾ ਹੋਵੇ ਕਿ ਫ੍ਰੀ ਮੀਡੀਆ ਦੀ ਆਵਾਜ਼ ਨੂੰ ਤੁਸੀਂ ਦੱਬ ਦਿਓ। ਲੇਕਿਨ ਇਹ ਜੇ ਤੁਸੀਂ ਇਸ ਤਰੀਕੇ ਨਾਲ, ਤਾਂ ਫਿਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਡਿਫਰੈਂਸ ਹੀ ਨਹੀਂ ਰਹਿ ਜਾਣਾ। ਕਿ ਤੁਸੀਂ ਕਿਹਨੂੰ ਕਹੋਗੇ? ਤੁਸੀਂ ਵੀ ਮੀਡੀਆ ਹੋ ਜੀ, ਤੁਸੀਂ ਸੈਟਅਪ ਲਾ ਕੇ, ਕੰਪਨੀ ਖੋਲ ਕੇ, ਤੁਹਾਡੇ ਕੋਲੇ ਜਰਨਲਿਸਟ ਨੇ, ਤੁਸੀਂ ਪੂਰੀ ਪ੍ਰੋਫੈਸ਼ਨਲਸ ਦੀ ਟੀਮ ਹੈ, ਤੁਸੀਂ ਵੀ ਮੀਡੀਆ ਹੋ ਜੀ। ਇੱਕ ਬੰਦਾ ਮੋਬਾਈਲ ਲੈਂਦਾ, ਉਹਦੇ 'ਚ ਪਿੰਨ ਲਾਉਂਦਾ ਤੇ ਉਹ ਕੁਛ ਵੀ ਬੋਲ ਦਿੰਦਾ ਜਾ ਕੇ, ਜਿਹਨੇ ਇਸ ਤੋਂ ਪਹਿਲਾਂ ਨਾ ਉਹਨੂੰ ਪ੍ਰੋਫੈਸ਼ਨਲੀ ਪਤਾ ਹੈ ਕੁਛ, ਨਾ ਉਹਨੂੰ ਐਥਿਕਸ ਪਤਾ ਨੇ, ਜਿਹਨੂੰ ਜਰਨਲਿਜ਼ਮ ਦੀ ABC ਵੀ ਨਹੀਂ ਪਤਾ, ਉਹ ਵੀ ਮੀਡੀਆ ਹੈ। ਮੈਨੂੰ ਲੱਗਦਾ ਕਿ ਠੀਕ ਹੈ, ਇਹਦਾ ਕੋਈ ਰਾਹ ਤਾਂ ਕੱਢਣਾ ਪਊਗਾ। ਇਹਦੇ ਬਾਰੇ ਪੂਰੇ ਮੁਲਕ ਦੇ ਜਿਹੜੇ ਸਿਆਣੇ ਆ, ਖਾਸ ਤੌਰ ਤੇ ਵੈਟਰਨਸ ਨੇ ਜਰਨਲਿਸਟ, ਉਹਨਾਂ ਨੂੰ ਵੀ ਇਹ ਸੋਚਣਾ ਪਊਗਾ ਕਿ ਇਹਦੇ 'ਚ ਡਿਫਰੈਂਸ ਤਾਂ ਲਿਆਉਣਾ ਪਊਗਾ। ਇਸ ਤਰੀਕੇ ਨਾਲ ਫ੍ਰੀ ਫਲੋ ਨੂੰ ਤੁਸੀਂ, ਹਾਂ YouTube, ਜੇ ਅੱਜ ਤੁਸੀਂ ਕਹੋ ਕਿ ਸਵੇਰੇ ਅਜੀਤ ਅੰਜੁਮ ਨੂੰ ਜਾਂ ਸਾਕਸ਼ੀ ਜੋਸ਼ੀ ਨੂੰ ਪੇਜ ਚਲਾਉਣ ਵਾਸਤੇ ਲਾਇਸੈਂਸ ਲੈਣਾ ਪਵੇ, ਉਹ ਗਲਤ ਹੈ, ਉਹ ਨਹੀਂ ਹੋਣਾ ਚਾਹੀਦਾ। ਜਾਂ ਮੈਂ ਆਪਣਾ ਪੇਜ ਰਨ ਕਰ ਰਿਹਾ ਤਾਂ ਹਾਂ, ਮੈਂ ਅਦਾਰਾ ਚਲਾਉਣਾ ਹੈ ਔਰ ਮੈਂ ਮੀਡੀਆ ਕਹਾਉਣਾ ਹੈ, ਤਾਂ ਮੈਨੂੰ ਕਿਸੇ ਕੈਟੇਗਰੀ 'ਚ ਤਾਂ ਫਾਲ ਕਰਨਾ ਪਊਗਾ। ਮੈਂ ਇਸ ਗੱਲ ਦਾ ਹਾਮੀ ਹਾਂ ਜੀ।